ਜਿਸ ਪਰਿਵਾਰ ਤੱਕ ਵਿਕਦੀ ਵਿਕਾਉਂਦੀ ਪਹੁੰਚੀ, ਹਮ, ਉਸ ਪਰਿਵਾਰ ਦਾ ਜੋ ਸਭ ਤੋਂ ਵੱਡਾ ਜੀ ਸੀਗਾ, ਮੰਨ ਲਓ ਕਿ ਜਿੱਦਾਂ ਪਰਿਵਾਰ 'ਚ ਦਾਦਾ ਹੁੰਦਾ, ਮਤਲਬ ਜਿਹੜਾ ਬਜ਼ੁਰਗ ਹੈ, ਉਹ ਬਜ਼ੁਰਗ ਨੇ ਵੀ ਉਸ ਕੁੜੀ ਨਾਲ ਰੇਪ ਕੀਤਾ। ਉਸ ਤੋਂ ਹਮ, ਬਾਅਦ ਉਹ ਬਜ਼ੁਰਗ ਦਾ ਬੇਟਾ, ਹਮ, ਉਹਨੇ ਵੀ ਉਹਦੇ ਨਾਲ ਰੇਪ ਕੀਤਾ। ਉਸ ਤੋਂ ਬਾਅਦ ਉਸ ਬੇਟੇ ਮਤਲਬ ਉਹ ਬਜ਼ੁਰਗ ਦਾ ਪੋਤਰਾ, ਹਮ। ਔਰ ਪੋਤਰੇ ਦੀ ਗੱਲ ਛੱਡੋ, ਉਸ ਤੋਂ ਬਾਅਦ ਉਹ ਜੁੰਮੇ ਨੂੰ ਆਪਣੀਆਂ ਕਲਾਸਰੂਮ ਦੇ ਵਿੱਚੋਂ ਮੁੰਡੇ ਧੀਆਂ ਧਿਆਣੀਆਂ ਧੰਦੇ ਵਿੱਚ, ਗਲਤ ਧੰਦੇ ਵਿੱਚ ਧੱਕ ਦਿੱਤੀਆਂ ਗਈਆਂ। 2 ਲੱਖ 3 ਲੱਖ ਰੁਪਏ ਤੇ ਉਹ ਵੇਚ ਦਿੱਤਾ ਜਾਂਦਾ ਹੈ। ਆਲਮੋਸਟ ਸਾਰੇ ਸੁੱਤੇ ਹੁੰਦੇ ਨੇ ਦੁਪਹਿਰ ਨੂੰ 3 ਜਾਂ 4 ਵਜੇ, ਜਾਂ ਕਈ ਵਾਰ ਰਾਤ ਨੂੰ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਬੀਤੇ ਦਿਨੀ ਕੁਝ ਕੁ ਸੁਝਾਅ ਤੁਹਾਡੇ ਵੱਲੋਂ ਆਏ ਸੀ। ਇਹ ਆਖ ਸਕਦਾ ਕਿ ਤੁਸੀਂ ਹੁਕਮ ਕੀਤਾ ਸੀ ਕਿ ਦੁਬਈ ਦੇ ਵਿੱਚ, ਅਰਬ ਮੁਲਕਾਂ ਦੇ ਵਿੱਚ ਬਹੁਤ ਸਾਡੀਆਂ ਧੀਆਂ ਧਿਆਣੀਆਂ ਜਾਂਦੀਆਂ ਨੇ, ਕੁਝ ਨੌਜਵਾਨ ਜਾਂਦੇ ਨੇ, ਜਾਂਦੇ ਆ ਮਿਹਨਤ ਕਰਨ, ਕਾਰ ਕਮਾਈਆਂ ਕਰਨ, 10 ਨੋਹਾਂ ਦੀ ਕਿਰਤ ਕਰਕੇ ਪਿੱਛੇ ਕਰਜ਼ ਚੁੱਕ ਚੁੱਕ ਕੇ ਜਿਹੜੇ ਜਾਂਦੇ ਹੈ ਕਿ ਪਰਿਵਾਰਾਂ ਨੂੰ ਸਾਹ ਸੁਖਾਲਾ ਆਵੇਗਾ। ਪਰ ਹੁੰਦਾ ਕੀ ਹੈ, ਮੱਕੜ ਜਾਲ ਵਿੱਚ ਇਸ ਤਰ੍ਹਾਂ ਦੇ ਫਸਦੇ ਆ ਜਾਂ ਫਸਾ ਲਿਆ ਜਾਂਦਾ ਹੈ। ਧੀਆਂ ਨੂੰ ਠੱਗਾਂ ਦੇ ਹੱਥ ਵੇਚ ਦਿੱਤਾ ਜਾਂਦਾ ਹੈ, ਇੱਜ਼ਤਾਂ ਨਿਲਾਮ ਹੋਣ ਲੱਗਦੀਆਂ ਨੇ। ਬਹੁਤ ਸਾਰੇ ਨੌਜਵਾਨ ਗਲਤ ਹੱਥਾਂ ਦੇ ਵਿੱਚ ਜਾ ਕੇ ਗਲਤ ਕੰਮਾਂ ਕਾਰਾਂ ਵਿੱਚ ਫਸ ਜਾਂਦੇ ਆ, ਨਰਕ ਵਿੱਚ ਧੱਸ ਜਾਂਦੇ ਆ, ਤੇ ਉਹਨਾਂ ਦਾ ਬਾਲੀ ਵਾਰਸ ਕੋਈ ਨਹੀਂ ਬਣਦਾ। ਦੁਬਾਰਾ ਆਉਣ ਤੇ ਆਉਣ ਕਿਵੇਂ? ਸੋ ਉਹਨਾਂ ਦੇ ਵਾਸਤੇ ਕੁਝ ਇੱਕ ਲੋਕ ਨੇ ਜਿਹੜੇ ਆਪਾਂ ਆਖ ਸਕਦੇ ਹਾਂ ਕਿ ਡੁੱਬ ਨੇ, ਜਿਵੇਂ ਤਿਣਕੇ ਦਾ ਸਹਾਰਾ ਹੁੰਦਾ ਨਾ, ਉਹਨਾਂ ਨੂੰ ਸਹਾਰਾ ਦੇ ਕੇ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੁੰਦੇ ਆ। ਅੱਜ ਤੱਕ ਬਹੁਤ ਸਾਰੇ ਨੌਜਵਾਨਾਂ ਨੂੰ, ਬਹੁਤ ਸਾਰੀਆਂ ਧੀਆਂ ਧਿਆਣੀਆਂ ਨੂੰ ਦੁਬਾਰਾ ਪਰਿਵਾਰਾਂ ਦੇ ਨਾਲ ਮਿਲਾਉਣ ਦੇ ਵਿੱਚ ਕਾਮਯਾਬ ਰਹੇ ਨੇ। ਹਰਨੇਕ ਰੰਧਾਵਾ ਹੈਲਪਲਾਈਨ ਚਲਾਉਂਦੇ ਨੇ, ਰਹਿੰਦੇ ਕੈਨੇਡਾ ਵਿੱਚ ਨੇ ਪਰ ਅੱਜ ਕੱਲ੍ਹ ਇੰਡੀਆ ਆਏ ਹੋਏ ਨੇ। ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਕਾਰਜ ਨੇਪਰੇ ਚਾੜੇ ਨੇ, ਤੇ ਅੱਜ ਉਚੇਚੇ ਤੌਰ ਤੇ ਤੁਸੀਂ ਆਖਿਆ ਸੀ ਕਿ ਅਰਬ ਮੁਲਕਾਂ ਦੇ ਵਿੱਚ ਫਸੀਆਂ ਧੀਆਂ ਧਿਆਣੀਆਂ ਦੀ ਦਰਦਨਾਕ ਦਾਸਤਾਨ ਦੇ ਉੱਤੇ ਜ਼ਰੂਰ ਚਾਨਣਾ ਪਾਇਓ। ਤੇ ਜਿਹੜੇ ਇਸ ਕੰਮ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੱਗੀ ਰਹਿੰਦੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਹਰਨੇਕ ਰੰਧਾਵਾ ਹੋਰਾਂ ਦੇ ਨਾਲ ਗੱਲਬਾਤ ਕਰੀਏ। ਰੰਧਾਵਾ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਤੁਸੀਂ ਟਾਈਮ ਦਿੱਤਾ। ਗੁਰੂ ਮਹਾਰਾਜ ਸਦਾ ਮਿਹਰ ਕਰੇ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਹਮੇਸ਼ਾ ਜੀ ਆਇਆਂ ਨੂੰ ਜੀ। ਰੰਧਾਵਾ ਸਾਹਿਬ, ਬੀਤੇ ਸਮੇਂ ਦੇ ਵਿੱਚ ਵੀ ਆਪਾਂ ਇਸ ਮਸਲੇ ਦੇ ਉੱਤੇ ਜ਼ਿਕਰ ਕਰਦੇ ਰਹੇ ਹਾਂ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਕਿੰਨੇ ਕੁ ਵਰੇ ਹੋ ਗਏ ਤੁਹਾਨੂੰ ਰੰਧਾਵਾ ਹੈਲਪਲਾਈਨ ਚਲਾਉਂਦੇ ਨੂੰ, ਤੇ ਕਿੰਨੇ ਕੁ ਪਰਿਵਾਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਦੁਬਾਰਾ ਇੱਕ ਦੂਸਰੇ ਨਾਲ ਮਿਲਾ ਚੁੱਕੇ ਹੋ? ਬੈਨੀਪਾਲ ਸਾਹਿਬ, ਮੈਂ 2013 ਦੇ ਵਿੱਚ ਕੈਨੇਡਾ ਆਇਆ ਸੀਗਾ ਐਜ਼ ਏ ਲੌਂਗ ਹਾਲ ਟਰੱਕ ਡਰਾਈਵਰ ਸਿੰਗਾਪੁਰ ਤੋਂ, ਔਰ ਕਰੀਬ 2014 ਦੇ ਲਾਸਟ ਦੇ ਵਿੱਚ ਮੈਂ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਸ਼ੁਰੂ ਕੀਤੀ ਸੀਗੀ। ਔਰ ਅਗਰ ਆਪਾਂ ਟੋਟਲ ਕਰੀਏ ਤਾਂ ਉਹ ਮੋਰ ਦੈਨ 500 ਇਹੋ ਜਿਹੀ ਫੈਮਲੀਜ਼ ਹੈਗੀਆਂ ਨੇ, 500 ਤੋਂ ਜ਼ਿਆਦਾ ਉੱਪਰ ਪਰਿਵਾਰ ਨੇ, ਜਿਹੜੇ ਕਿ ਕਰੀਬ 100 ਤੋਂ ਲੈ ਕੇ 125 ਦੇ ਲਾਗੇ ਕੁੜੀਆਂ ਨੇ, ਔਰ ਬਾਕੀ ਸਾਡੇ ਵੀਰ ਨੇ ਜਿਹੜੇ ਕਿ ਅਰਬ ਮੁਲਕਾਂ 'ਚ ਫਸੇ, ਔਰ ਮਤਲਬ ਜ਼ਿੰਦਗੀ ਦੇ ਬਦਤਰੀਨ ਹਾਲਾਤ ਜਿਹੜੇ ਨੇ ਉਹਨਾਂ ਨੇ ਦੇਖੇ। ਔਰ ਸਾਡਾ ਜਿਹੜਾ ਗਰੁੱਪ ਹੈ ਉਹ 2014 ਦੇ ਐਂਡ ਤੋਂ ਲੈ ਕੇ ਹੁਣ ਤੱਕ ਰੈਸਕਿਊ ਆਪਰੇਸ਼ਨ ਕਰਦਾ ਆ ਰਿਹਾ। ਸੋ ਟੋਟਲ ਜਿਹੜਾ ਹੈ ਉਹ ਕਰੀਬ 300-400 ਜੋ ਸਾਡੇ ਵੀਰ ਤੇ ਭੈਣਾਂ ਨੇ, ਉਹ ਆਲਮੋਸਟ ਇੰਨੇ ਹੈਗੇ। ਰੰਧਾਵਾ ਸਾਹਿਬ, ਇੱਕ ਗੱਲ ਦੀ ਸਮਝ ਨਹੀਂ ਮੈਨੂੰ ਆਉਂਦੀ। ਆਪਾਂ ਵੇਖਦੇ ਹਾਂ ਕਿ ਦਿੱਕਤਾਂ ਬੜੀਆਂ ਆਪਾਂ ਨੂੰ ਨੇ, ਕਿਉਂਕਿ ਇੱਥੇ ਜੇ ਤੁਸੀਂ ਹੁਣ ਵੀ ਟਰੱਕ ਚਲਾਉਂਦੇ ਹੋ ਤੇ ਬਹੁਤ ਔਖੀ ਕਮਾਈ ਕਰਨੀ ਪੈਂਦੀ ਹੈ। ਪਰਿਵਾਰਾਂ ਦੇ ਨਾਲ ਵੀ ਕਨੈਕਸ਼ਨ ਮਸਾਂ ਕਿਤੇ ਬਣਦਾ, ਕਈ ਥਾਵਾਂ ਤਾਂ ਇਸ ਥਾਂ ਵੀ ਕਿ ਕਨੈਕਸ਼ਨ ਹੀ ਨਹੀਂ ਆਉਂਦਾ। ਤੇ ਫਿਰ ਕਿਤੇ ਸਨੋ ਪੈਂਦੀ ਹੈ, ਕਿਤੇ ਫਿਰ ਮੌਸਮ ਖਰਾਬ ਹੈ, ਕਿਤੋਂ ਲੋਡ ਚੱਕਣਾ ਹੈ, ਕਿਤੇ ਲੋਡ ਲਾਉਣਾ ਹੈ, ਕਿਤੋਂ ਲੋਡ ਦੀ ਅਗਲੀ ਕਾਰਵਾਈ ਪਵਾਉਣੀ ਹੈ ਜਾਂ ਪਾਉਣੀ ਹੈ। ਕਿਉਂਕਿ ਤੁਸੀਂ ਸਟੀਅਰਿੰਗ ਤੇ ਵੀ ਬੈਠੇ ਹੋ ਤੇ ਨਾਲ ਇਹ ਹੈਲਪਲਾਈਨ ਵੀ ਚਲਾਉਣੀ ਹੈ, ਤੇ ਫਿਰ ਦਿਨ ਰਾਤ ਦਾ ਫਰਕ, ਫਿਰ ਕਾਨੂੰਨਾਂ ਦਾ ਫਰਕ, ਫਿਰ ਮੁਲਕ ਦਾ ਫਰਕ ਆ। ਇਹ ਸਾਰਾ ਕੁਝ ਮੈਨੇਜ ਕਿਵੇਂ ਹੁੰਦਾ?
ਬੈਨੀਪਾਲ ਸਾਹਿਬ, ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਜੇ ਤੁਹਾਡੇ ਅੰਦਰ ਕਿਸੇ ਦੀ ਦਿਲੋਂ ਮਦਦ ਕਰਨ ਦੀ ਮਨਸ਼ਾ ਹੋਵੇ ਤੇ ਫਿਰ ਸਭ ਕੁਝ ਪੋਸੀਬਲ ਹੋ ਜਾਂਦਾ। ਜਿੱਦਾਂ ਕਿ ਆਪਾਂ ਅਕਸਰ ਖਾਸ ਕਰ ਜਿਹੜੇ ਆਪਾਂ ਲੋਕ ਕੈਨੇਡਾ 'ਚ ਰਹਿੰਦੇ ਆ, ਬਹਾਨਾ ਮਾਰ ਦਿੰਦੇ ਆ ਕਿ ਮੈਂ ਤਾਂ ਬਹੁਤ ਬਿਜ਼ੀ ਆ। ਤੇ ਮੈਨੂੰ ਲੱਗਦਾ ਹੈ ਕਿ ਡਰਾਈਵਰ ਵਰਗਾ ਵਿਹਲਾ ਬੰਦਾ ਕੋਈ ਨਹੀਂ ਹੁੰਦਾ, ਕਿਉਂਕਿ ਉਹਨੇ 11 ਘੰਟੇ ਸਟੀਅਰਿੰਗ ਫੜ ਕੇ ਬਹਿਣਾ, ਉਹਦੇ ਕੋਲ ਟਾਈਮ ਹੀ ਟਾਈਮ ਹੈ। ਸੋ ਰਹਿ ਗਈ ਗੱਲ ਕਾਨੂੰਨਾਂ ਦੀ, ਸੋ ਅਰਬ ਕੰਟਰੀਆਂ 'ਚ ਆਪਾਂ ਕਾਫੀ ਲੰਬਾ ਅਰਸਾ ਜਿਹੜਾ ਉਹ ਬਤੀਤ ਕੀਤਾ, ਇਸ ਕਰਕੇ ਉਹਨਾਂ ਕੰਟਰੀਆਂ ਦੀ ਸਮਝ ਵੀ ਹੈਗੀ ਹੈ। ਅਰਬੀ ਕਾਫੀ ਲੰਬਾ ਅਰਸਾ ਜੋ ਹੈ ਅਰਬੀ ਬੋਲਦੇ ਵੀ ਰਹੇ ਆ, ਸੁਣਦੇ ਸਮਝਦੇ ਰਹੇ ਆ। ਸੋ ਕਾਫੀ ਲੰਬਾ ਜਿਹੜਾ ਅਰਸਾ ਹੈ ਉਹ ਇਹਨਾਂ ਕੰਟਰੀਆਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਰਹਿ ਕੇ ਗੁਜ਼ਾਰਿਆ ਹੈ। ਸਨ 2000 ਤੋਂ ਲੈ ਲਓ ਕਰੀਬ 20-21 ਸਾਲ ਤੋਂ ਜੋ ਹੈ ਉਹ ਆਪਾਂ ਇਸ ਖਿੱਤੇ ਦੇ ਵਿੱਚ ਆ। ਸੋ ਕਾਫੀ ਲੰਬਾ ਅਰਸਾ ਇਸ ਜੋ ਹੈ ਸਾਰੇ ਸਿਸਟਮ ਦੇ ਵਿੱਚ ਰਹੇ ਆ। ਸੋ ਉਸ ਬਾਰੇ ਕਾਫੀ ਜਾਗਰੂਕਤਾ ਹੈਗੀ ਆ। ਔਰ ਜਿਹੜਾ ਟਾਈਮ ਡਿਫਰੈਂਸ ਤੁਸੀਂ ਦੱਸਿਆ ਆ, ਇਹਨੂੰ ਕਿੱਦਾਂ ਕੋਆਰਡੀਨੇਟ ਕਰਦੇ ਆ, ਉਹ ਇਦਾਂ ਹੈ ਕਿ ਜਿਸ ਤਰ੍ਹਾਂ ਹਰ ਕੰਟਰੀ ਦੇ ਵਿੱਚ ਸਾਡਾ ਇੱਕ ਇੱਕ ਗਰੁੱਪ ਹੈ। ਸੋ ਮੰਨ ਲਓ ਕਿ ਜਿਸ ਤਰ੍ਹਾਂ ਕਿਸੇ ਨੂੰ ਸਾਊਦੀ ਅਰਬ ਦੇ ਵਿੱਚ ਜ਼ਰੂਰਤ ਪਈ ਤੇ ਆਪਾਂ ਸਾਊਦੀ ਅਰਬ ਵਾਲਾ ਜਿਹੜਾ ਗਰੁੱਪ ਹੈ ਉਹਨੂੰ ਅੰਗੇਜ ਕਰਦੇ ਆ, ਉਹਦੀ ਡਿਊਟੀ ਲਗਾਉਂਦੇ ਆ। ਸੋ ਜਿਸ ਟਾਈਮ ਮੈਂ ਸੋ ਵੀ ਰਿਹਾ, ਮੰਨ ਲਓ ਕਿ ਮੰਨ ਲਓ USA 'ਚ ਆ ਔਰ ਦਿਨ ਰਾਤ ਦਾ ਫਰਕ ਹੈ, ਟਰੱਕ ਲੈ ਕੇ ਕਿਤੇ ਗਿਆ ਹੋਇਆ, ਕਿਤੇ ਲੋਡ ਲਾਉਣਾ, ਕਿਤੋਂ ਲੋਡ ਚੱਕਣਾ, ਲੇਕਿਨ ਉਸ ਦੌਰਾਨ ਵੀ ਤੁਹਾਡੇ ਕੋਲ ਬਹੁਤ ਵਧੀਆ ਟਾਈਮ ਹੁੰਦਾ ਹੈ ਕਿ ਤੁਸੀਂ ਆਪਣੇ ਜਿਹੜੇ ਪਹਿਲਾਂ ਤੁਹਾਡੇ ਗਰੁੱਪ ਮੈਂਬਰਸ ਨੇ ਉਹਨਾਂ ਨਾਲ ਤੁਸੀਂ ਕੋਆਰਡੀਨੇਸ਼ਨ ਕਰਕੇ ਰੱਖੋ ਔਰ ਉਹ ਤੁਹਾਡੇ ਬਿਹਾਫ ਤੇ ਉਹਨਾਂ ਕੰਟਰੀਆਂ ਦੇ ਵਿੱਚ ਜੋ ਹੈ ਉਹ ਰੈਸਕਿਊ ਆਪਰੇਸ਼ਨ ਕਰ ਸਕਣ। ਸੋ ਇੱਕ ਬਹੁਤ ਲੰਬਾ ਜੋ ਹੈ ਉਹ ਇੱਕ ਸਾਡਾ ਪੂਰਾ ਨੈਟਵਰਕ ਹੈ ਸਾਰੀਆਂ ਅਰਬ ਕੰਟਰੀਆਂ ਦੇ ਵਿੱਚ, ਜਿਹਦੇ ਨਾਲ ਅਸੀਂ ਮਿਲ ਕੇ ਇੱਕ ਦੂਜੇ ਨਾਲ ਮੋਢਾ ਜੋੜ ਕੇ ਸਾਰੀਆਂ ਅਰਬ ਕੰਟਰੀਆਂ ਵਾਲੇ ਵੀਰ ਇਸ ਇੱਕ ਕੰਟਰੀ ਦੇ ਜਿਹੜੇ ਮੇਨ ਗਰੁੱਪ ਹੈ, ਲੀਡਰ ਹੈ, ਉਹਦੇ ਨਾਲ ਮੋਢਾ ਜੋੜ ਕੇ ਪੂਰਾ ਜੋ ਹੈ ਉਹ ਕੋਆਰਡੀਨੇਟ ਕਰਕੇ ਕਰਦੇ ਆ। ਸੋ ਅਗਰ ਮੈਂ ਸੋ ਵੀ ਰਿਹਾ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਬਾਕੀ ਗੱਲ ਸਾਰੀ ਮਨਸ਼ਾ ਦੀ ਹੈ। ਮੈਂ ਜਿੱਦਾਂ ਕਿਹਾ ਕਿ ਅਗਰ ਤੁਹਾਡੇ ਦਿਲ ਦੀ ਇੱਛਾ ਹੈ ਕਿਸੇ ਦੀ ਮਦਦ ਕਰਨ ਦੀ ਤੇ ਫਿਰ ਤੁਸੀਂ ਟਾਈਮ ਕੱਢ ਲੈਂਦੇ ਹੋ, ਅਦਰਵਾਈਜ਼ ਬੇਸ਼ੱਕ ਤੁਸੀਂ ਸਾਰਾ ਦਿਨ ਵਿਹਲੇ ਪਏ ਰਹੋ। ਔਰ ਅਗਰ ਤੁਹਾਨੂੰ ਕੋਈ ਕਾਲ ਕਰਕੇ ਕਹਿੰਦਾ ਕਿ ਮੇਰੀ ਹੈਲਪ ਕਰ ਦਿਓ ਜਾਂ ਮੈਨੂੰ ਗਾਈਡ ਕਰ ਦਿਓ, ਲੋਕ ਤੁਹਾਡੇ ਕੋਲ ਪੈਸਾ ਨਹੀਂ ਮੰਗਦੇ, ਲੋਕ ਸਿਰਫ ਤੁਹਾਡੇ ਕੋਲ ਇਨਫੋਰਮੇਸ਼ਨ ਮੰਗਦੇ ਹੈ, ਤੁਹਾਡੇ ਕੋਲੋਂ ਗਾਈਡੈਂਸ ਮੰਗਦੇ ਹੈ। ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 15 20 25 ਸਾਲ ਲਗਾ ਕੇ ਜੋ ਚੀਜ਼ ਅਰਨ ਕੀਤੀ ਹੈ, ਤੁਸੀਂ ਪੈਸੇ ਨਹੀਂ ਦੇ ਰਹੇ, ਕਿਸੇ ਨੂੰ ਗਾਈਡ ਕਰ ਰਹੇ ਹੋ, ਗਾਈਡ ਕਰਨ ਦਾ ਤੇ ਕੋਈ ਪੈਸਾ ਨਹੀਂ ਲੱਗਦਾ। ਸੋ ਇਹ ਜੋ ਅਸੀਂ ਇੰਨੇ ਸਾਲਾਂ ਦੇ ਵਿੱਚ ਨੌਲੇਜ ਇਕੱਠੀ ਕੀਤੀ ਹੈ ਉਹ ਆਪਾਂ ਜਿਹੜੀ ਆ ਉਹ ਆਪਣੇ ਗਰੁੱਪ ਦੇ ਮੈਂਬਰਾਂ ਦੇ ਰਾਹੀਂ ਉਸ ਇਨਫੋਰਮੇਸ਼ਨ ਦਾ ਜੋ ਹੈ ਉਹ ਸਹੀ ਯੂਟਿਲਾਈਜੇਸ਼ਨ ਕਰਦੇ ਆ। ਔਰ ਬਹੁਤ ਧੀਆਂ ਭੈਣਾਂ ਵੀਰਾਂ ਨੂੰ ਅੱਜ ਤੱਕ ਆਪਾਂ ਰੈਸਕਿਊ ਕਰਕੇ ਉਹਨਾਂ ਦੇ ਘਰ-ਬਾਰ ਤੱਕ ਪਹੁੰਚਾ ਚੁੱਕੇ ਹਾਂ। ਰੰਧਾਵਾ ਸਾਹਿਬ, ਇੱਕ ਹੋਰ ਦੱਸਿਓ, ਕੰਮ ਦੀ ਸ਼ੁਰੂਆਤ ਬੜੀ ਔਖੀ ਹੁੰਦੀ ਹੈ, ਖਾਸ ਕਰਕੇ ਜੇ ਪਹਿਲਾਂ ਹੀ ਕੋਈ ਇਸ ਤਰ੍ਹਾਂ ਦਾ ਆਪਾਂ ਆਪਰੇਸ਼ਨ ਕਰਨ ਲੱਗੇ ਹੋਈਏ, ਉਹ 'ਚ ਆਪਾਂ ਨੂੰ ਸਫਲਤਾ ਨਾ ਮਿਲੇ, ਬਹੁਤ ਸਾਰੇ ਲੋਕ ਨੇ ਮਾਯੂਸ ਹੋ ਜਾਂਦੇ, ਟੁੱਟ ਜਾਂਦੇ, ਨਹੀਂ ਯਾਰ ਇਹ ਆਪਣੇ ਵੱਸ ਦਾ ਕੰਮ ਹੀ ਨਹੀਂ, ਸ਼ਾਇਦ ਆਪਾਂ ਇਹ ਕਰ ਹੀ ਨਹੀਂ ਸਕਦੇ। ਕਿਉਂਕਿ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਹੀ ਸੋਚ ਕੇ ਇਸ ਤਰ੍ਹਾਂ ਦੇ ਕੰਮ ਨੂੰ ਹੱਥ ਨਹੀਂ ਪਾਉਂਦੇ ਹੋਣੇ। ਇਹ ਦੱਸਿਓ ਕਿ ਪਹਿਲਾ ਕੇਸ ਕਿਸ ਤਰ੍ਹਾਂ ਦਾ ਸੀ, ਕੀ ਉਹਦੇ ਵਿੱਚ ਸਫਲ ਹੋਏ ਸੀ ਜਾਂ ਦੁਬਾਰਾ ਤੁਹਾਨੂੰ ਉਹਦੇ ਉੱਤੇ ਜ਼ੋਰ ਅਜ਼ਮਾਇਸ਼ ਕਰਨੀ ਪਈ? ਬੈਨੀਪਾਲ ਸਾਹਿਬ, ਅੱਜ ਤੱਕ ਜਿੰਨੇ ਵੀ ਅਸੀਂ ਰੈਸਕਿਊ ਆਪਰੇਸ਼ਨ ਕੀਤੇ ਆ, ਆਲਮੋਸਟ ਅਗਰ ਟੋਟਲ ਲਗਾਈਏ 200-250 ਰੈਸਕਿਊ ਆਪਰੇਸ਼ਨ ਹੋਏ ਨੇ ਸਾਡੇ। ਉਹਦੇ ਵਿੱਚ ਜਿਹੜਾ ਸਾਡਾ ਪਹਿਲਾ ਰੈਸਕਿਊ ਆਪਰੇਸ਼ਨ ਸੀਗਾ ਉਹ ਇੱਕ ਸਾਡੇ ਮਲੇਰਕੋਟਲੇ ਦੀ ਇੱਕ ਮੁਸਲਮਾਨਾਂ ਦੀ ਸਾਡੇ ਭਾਈਚਾਰੇ ਦੀ ਲੜਕੀ ਸੀ। ਉਹ ਪਹਿਲਾ ਜਿਹੜਾ ਰੈਸਕਿਊ ਆਪਰੇਸ਼ਨ ਸੀਗਾ ਉਹ ਸਹੀ ਕੋਆਰਡੀਨੇਸ਼ਨ ਔਰ ਨੈਟਵਰਕ ਦੀ ਜੋ ਹੈ ਉਹ ਲੈਪਸ ਹੋਣ ਕਰਕੇ ਉਹ ਫੇਲ ਹੋਇਆ ਸੀਗਾ। ਅਦਰਵਾਈਜ਼ ਉਸ ਤੋਂ ਬਾਅਦ 2014 ਤੋਂ ਲੈ ਕੇ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਕਦੇ ਵੀ ਕੋਈ ਵੀ ਜੋ ਹੈ ਉਹ ਜੋ ਰੈਸਕਿਊ ਆਪਰੇਸ਼ਨ ਹੈ ਉਹ ਕਦੇ ਵੀ ਮਤਲਬ ਡਿਰੇਲ ਨਹੀਂ ਹੋਇਆ। ਔਰ ਹਮੇਸ਼ਾ ਹੀ ਅਸੀਂ ਮਤਲਬ ਕਈ ਧੀਆਂ ਭੈਣਾਂ ਨੂੰ 500-700 ਕਿਲੋਮੀਟਰ ਤੋਂ ਜਾ ਕੇ ਵੀ ਅਸੀਂ ਰੈਸਕਿਊ ਕਰਕੇ ਲੈ ਕੇ ਆਏ ਹਾਂ, ਬਹੁਤ ਦੂਰ ਡੈਜ਼ਰਟ ਏਰੀਆ ਦੇ ਵਿੱਚੋਂ ਰੈਸਕਿਊ ਕਰਕੇ ਲੈ ਕੇ ਆਏ ਹਾਂ। ਸੋ ਹੁਣ ਜਿਹੜੀ ਟੀਮ ਨੇ, ਜਿਹੜੀਆਂ ਟੀਮਾਂ ਹੈਗੀਆਂ ਨੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਉਹਦੇ ਨਾਲ ਬੈਟਰ ਕੋਆਰਡੀਨੇਸ਼ਨ ਹੈ। ਅੰਬੈਸੀਜ਼ ਨਾਲ ਜੋ ਹੈ ਉਹ ਮਤਲਬ ਟਵਿੱਟਰ ਦੇ ਰਾਹੀਂ ਵਧੀਆ ਕੋਆਰਡੀਨੇਸ਼ਨ ਹੁੰਦਾ ਹੈ। ਔਰ ਇਸ ਕਰਕੇ ਜੋ ਹੈ ਹੁਣ ਜੋ ਮਤਲਬ ਫੇਲੀਅਰ ਦਾ ਜੋ ਰੇਸ਼ੋ ਹੈ ਉਹ ਆਲਮੋਸਟ ਹਾਲ ਦੀ ਘੜੀ 0 ਹੈ। ਸਿਰਫ ਅੱਜ ਤੱਕ ਸਿਰਫ ਇੱਕ ਜਿਹੜਾ ਪਹਿਲਾ ਆਪਰੇਸ਼ਨ ਸੀਗਾ ਉਹ ਅਨਸਕਸੈਸਫੁਲ ਹੋਇਆ ਸੀਗਾ, ਕਿਉਂਕਿ ਜਿਸ ਟਾਈਮ ਰੈਸਕਿਊ ਆਪਰੇਸ਼ਨ ਆਪਾਂ ਜਸਟ ਲਾਂਚ ਕੀਤਾ ਉਸ ਟਾਈਮ ਜੋ ਉਹਦਾ ਓਨਰ ਸੀਗਾ, ਓਨਰ ਦੇ ਕਿਸੇ ਰਿਲੇਟਿਵ ਨੇ ਦੇਖ ਲਿਆ ਉਸ ਲੜਕੀ ਨੂੰ ਔਰ ਉਹਨੂੰ ਮਤਲਬ ਦੁਬਾਰਾ ਪੁੱਲ ਕਰਕੇ ਘਰ ਲੈ ਗਏ। ਅਦਰਵਾਈਜ਼ ਉਸ ਤੋਂ ਇਲਾਵਾ ਅੱਜ ਤੱਕ ਕਦੇ ਵੀ ਕੋਈ ਰੈਸਕਿਊ ਆਪਰੇਸ਼ਨ ਪਰਮਾਤਮਾ ਦੀ ਕਿਰਪਾ ਨਾਲ ਫੇਲ ਨਹੀਂ ਹੋਇਆ। ਔਰ ਇਹ ਜੋ ਚੀਜ਼ ਹੈ ਇਹ ਮੁਸਲਸਲ ਜਾਰੀ ਹੈ। ਇਸ ਇੱਕ ਪਿਛਲੇ 2 ਹਫ਼ਤਿਆਂ ਦੇ ਅੰਦਰ ਅਸੀਂ 2 ਪੰਜਾਬ ਦੀਆਂ ਧੀਆਂ ਭੈਣਾਂ ਨੂੰ ਰੈਸਕਿਊ ਕਰਕੇ ਅੰਬੈਸੀ ਤੱਕ ਪਹੁੰਚਾਇਆ। ਔਰ ਇੱਕ ਵੀਰ ਨੂੰ ਕੱਲ ਜੋ ਬਹੁਤ ਤਗੜਾ ਰੈਸਕਿਊ ਆਪਰੇਸ਼ਨ ਹੋਇਆ ਸੀਗਾ ਉਹ ਅਸੀਂ ਕੱਲ ਵੀਰ ਨੂੰ ਰੈਸਕਿਊ ਕਰਕੇ ਤੇ ਸਾਊਦੀ ਅੰਬੈਸੀ ਦੇ ਵਿੱਚ ਪਹੁੰਚਾਇਆ ਜੀ। ਸਤਿ ਸ਼੍ਰੀ ਅਕਾਲ ਹਰਨੇਕ ਭਾਜੀ, ਮੈਂ ਇੰਡੀਆ ਤੋਂ ਆਈ ਸੀ ਇੱਥੇ ਦੁਬਈ 'ਚ ਕੰਮ ਕਰਨ ਲਈ ਹੈ ਤੇ ਏਜੰਟ ਦੇ ਥਰੂ ਆਈ ਸੀ ਤੇ 7 ਤਰੀਕ ਦੂਸਰਾ ਮਹੀਨਾ 2021 ਨੂੰ ਇੱਥੇ ਆਈ ਸਾਂ ਤੇ ਏਜੰਟ ਦੇ ਥਰੂ ਏਜੰਟ ਮੇਰਾ ਕਹਿੰਦਾ ਸੀ ਕਿ ਮੈਂ ਤੈਨੂੰ ਇੱਥੇ ਸ਼ਾਪਿੰਗ ਮਾਲ 'ਚ ਜਾਂ ਕਿਤੇ ਵੀ ਕਿਸੇ ਤਰ੍ਹਾਂ ਦੇ ਵੀ ਕੰਮ ਮਤਲਬ ਕਿ ਮਾਲ 'ਚ ਲਗਾਵਾਂਗਾ ਪੈਕਿੰਗ ਦੇ ਕੰਮ 'ਚ। ਤੇ ਉਹਨਾਂ ਨੇ ਮੈਨੂੰ ਅਰਬੀ ਫੈਮਿਲੀ 'ਚ ਭੇਜ ਦਿੱਤਾ ਕੰਮ ਕਰਨ ਲਈ। ਅਰਬੀ ਫੈਮਿਲੀ 'ਚ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਸੀ
ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨ ਦੀ। ਤੇ ਮੇਰਾ ਹੁਣ ਮੈਂ ਏਜੰਟ ਨਾਲ ਕੰਟੈਕਟ ਕੀਤਾ ਸੀ ਤੇ ਉਹਨਾਂ ਨੂੰ ਮੈਂ ਕਿਹਾ ਸਰ ਮੈਂ ਇੰਡੀਆ ਜਾਣਾ ਹੈ ਤੇ ਉਹ ਮੈਨੂੰ ਕਹਿੰਦੇ ਕਿ 15,000 ਦੇਂਗੇ, 15,000 ਦਰਾਮ ਦੇਂਗੇ ਤਾਂ ਤੈਨੂੰ ਇੰਡੀਆ ਕਰ ਲਾਂਗੇ, ਠੀਕ ਹੈ। ਤੇ ਮੈਂ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤੇ ਇਸ ਕਰਕੇ 15,000 ਦਰਾਮ ਨਹੀਂ ਦੇ ਸਕਦੀ। ਤੇ ਇਸ ਕਰਕੇ ਮੇਰੀ ਹੱਥ ਬਨ ਕੇ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਮੈਨੂੰ ਮੇਰੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਕਿਸੇ ਵੀ ਤਰ੍ਹਾਂ ਦਾ। ਬਿਲਕੁਲ ਇਹ ਗੱਲ ਦੱਸਣੀ ਇਸ ਕਰਕੇ ਲਾਜ਼ਮੀ ਸੀ ਕਿ ਕਈ ਵਾਰੀ ਜੇ ਪਹਿਲੀ ਵਾਰੀ ਕੋਈ ਫਾਹਾ ਇਸ ਤਰ੍ਹਾਂ ਦਾ ਲੈਂਦਾ, ਕਹਿੰਦੇ ਪਹਿਲੀ ਚੋਰੀ ਪਹਿਲਾ ਹੀ ਫਾਹਾ, ਇੱਕ ਕਹਾਵਤ ਹੈ ਪੰਜਾਬੀ ਦੀ। ਕਈ ਵਾਰੀ ਅਸੀਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹਾਂ ਕਿ ਯਾਰ ਪਹਿਲੀ ਸਫਲਤਾ ਨਹੀਂ ਮਿਲੀ, ਹੁਣ ਛੱਡੋ ਪਰੇ, ਆਪਾਂ ਕੰਮ ਹੀ ਨਹੀਂ ਕਰਨਾ। ਆਹ ਉਦਾਹਰਨ ਹੈ ਤੁਹਾਡੇ ਸਾਹਮਣੇ ਹਰਨੇਕ ਸਿੰਘ ਰੰਧਾਵਾ ਹੈਲਪਲਾਈਨ ਕੈਨੇਡਾ ਵਾਲਿਆਂ ਦੀ ਕਿ ਪਹਿਲਾ ਰੈਸਕਿਊ ਆਪਰੇਸ਼ਨ ਇਹਨਾਂ ਤੋਂ ਵੀ ਸਿਰੇ ਨਹੀਂ ਸੀ ਚੜਿਆ। ਜੇ ਇਹ ਸੋਚ ਕੇ ਘਰ ਬੈਠ ਜਾਂਦੇ ਸ਼ਾਇਦ ਅੱਜ 500 ਪਰਿਵਾਰਾਂ ਦੇ ਘਰਾਂ ਵਿੱਚ ਜਿਹੜੀਆਂ ਖੁਸ਼ੀਆਂ ਆਈਆਂ ਨੇ ਸ਼ਾਇਦ ਉਹ ਨਾ ਪਰਤਦੀਆਂ। ਤੇ ਹੁਣ ਮੈਨੂੰ ਇਹ ਦੱਸਿਓ, ਦੇਖੋ ਰੁਜ਼ਗਾਰ ਦੀ ਤਲਾਸ਼ ਵਿੱਚ ਆਪਾਂ ਵੀ ਬਾਹਰਲੇ ਮੁਲਕਾਂ ਵਿੱਚ ਆਏ ਹਾਂ, ਇਹ ਕੰਮ ਜੁਗਾਂ ਜੁਗੰਤਰਾਂ ਤੋਂ ਚੱਲਦਾ ਰਿਹਾ ਤੇ ਚੱਲਦਾ ਰਹਿਣਾ ਹੈ। ਲੋਕਾਂ ਨੇ ਅਰਬ ਮੁਲਕਾਂ ਵਿੱਚ ਵੀ ਜਾਣਾ ਤੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਆਉਣਾ। ਇਹ ਦੱਸਿਓ ਕਿ ਜਾਣ ਤੋਂ ਪਹਿਲਾਂ ਤੁਸੀਂ ਕੀ ਸਲਾਹ ਦਿੰਦੇ ਹੋ ਕਿ ਜਾਓ, ਤੇ ਜਾਣ ਤੱਕ ਜਾਣ ਕਿਵੇਂ ਜੀ, ਜੇ ਜਾਣਾ ਹੀ ਚਾਹੁੰਦਾ ਕੋਈ? ਦੇਖੋ ਜਿਹੜਾ ਅਸੀਂ ਆਪਣਾ ਗਰੁੱਪ ਬਣਾਇਆ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਇਹਦੇ ਵਿੱਚ ਜਿੰਨੀਆਂ ਵੀ ਅਰਬ ਕੰਟਰੀਆਂ ਨੇ, ਕਤਰ ਹੈ, ਕੁਵੈਤ ਹੈ, ਓਮਾਨ ਹੈ, ਬਹਿਰੀਨ ਹੈ, ਦੁਬਈ, ਆਬੂ ਧਾਬੀ, ਜਿੰਨੀਆਂ ਵੀ ਕੰਟਰੀਜ਼ ਹੈਗੀਆਂ, ਉਹ ਸਾਰੀਆਂ ਕੰਟਰੀਆਂ ਦੇ ਵੀਰ ਜੋ ਨੇ ਉਹ ਸਾਡੇ ਟੈਲੀਗ੍ਰਾਮ ਤਾਂ ਲੋਕਾਂ ਨੇ ਹੁਣ ਜਦੋਂ ਦੀ WhatsApp ਦੀ ਥੋੜੀ ਪ੍ਰੋਬਲਮ ਆਣੀ ਸ਼ੁਰੂ ਹੋਈ ਹੈ ਉਦੋਂ ਤੋਂ ਟੈਲੀਗ੍ਰਾਮ ਡਾਊਨਲੋਡ ਕਰਨੀ ਸ਼ੁਰੂ ਕੀਤੀ। ਅਸੀਂ ਪਿਛਲੇ 5 ਸਾਲ ਤੋਂ ਟੈਲੀਗ੍ਰਾਮ ਐਪਲੀਕੇਸ਼ਨ ਯੂਜ਼ ਕਰ ਰਹੇ ਹਾਂ। ਸੋ ਇਸ ਟੈਲੀਗ੍ਰਾਮ ਐਪਲੀਕੇਸ਼ਨ ਤੇ ਸਾਡਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਔਰ ਅਸੀਂ ਇਹਦੇ ਵਿੱਚ ਕਰੀਬ 3-4 ਹਜ਼ਾਰ ਮੈਂਬਰ ਜੋ ਹੈ ਉਹ ਸਾਰੀਆਂ ਅਰਬ ਕੰਟਰੀਆਂ ਤੋਂ ਇਕੱਠੇ ਹਾਂ। ਸੋ ਅਸੀਂ ਜ਼ਿਆਦਾਤਰ ਇਹ ਗਾਈਡ ਕਰਦੇ ਹਾਂ ਕਿ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਸਾਡੇ ਵੀਰ ਨੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਉਸ ਗਰੁੱਪ ਦੇ ਵਿੱਚ ਐਡ ਨੇ, ਜੋ ਇਨਫੋਰਮੇਸ਼ਨ ਉਹ ਸਾਡਾ ਇੱਕ ਵੀਰ ਭਰਾ ਜਿਹੜਾ ਉੱਥੇ ਜੌਬ ਕਰ ਰਿਹਾ, ਜਿਹੜੀ ਰॉ ਇਨਫੋਰਮੇਸ਼ਨ ਤੁਹਾਨੂੰ ਉਹ ਦੇ ਸਕਦਾ ਹੈ, ਉਹ ਏਜੰਟ ਨੇ ਕਦੇ ਨਹੀਂ ਦੇਣੀ। ਸੋ ਸਭ ਤੋਂ ਪਹਿਲੀ ਤਾਂ ਸਾਡੀ ਬੇਨਤੀ ਇਹ ਹੁੰਦੀ ਹੈ ਕਿ ਤੁਸੀਂ ਗਰੁੱਪ ਜੁਆਇਨ ਕਰ ਲਓ। ਉਹਦੇ ਵਿੱਚ ਤੁਹਾਨੂੰ ਕਈ ਵੀਰ ਇਹੋ ਜਿਹੇ ਮਿਲ ਜਾਣਗੇ ਜਿਹੜੇ ਤੁਹਾਨੂੰ ਬਿਲਕੁਲ ਕੰਪਲੀਟ ਰॉ ਇਨਫੋਰਮੇਸ਼ਨ ਦੇਣਗੇ ਕਿ ਤੁਸੀਂ ਲਾਇਸੈਂਸ ਕਿੱਦਾਂ ਬਣਾਉਣਾ ਹੈ, ਕਿੱਦਾਂ ਆ ਸਕਦੇ ਹੋ, ਉਹਦੇ 'ਚ ਕੀ ਖਤਰੇ ਨੇ, ਕਿੰਨਾ ਖਰਚਾ ਆਉਣਾ, ਕਿੱਦਾਂ ਰਹਿਣਾ, ਖਾਣਾ ਪੀਣਾ, ਆਉਣਾ ਜਾਣਾ, ਸਾਰਾ ਕੁਝ ਗਾਈਡ ਕਰ ਦਿੰਦੇ ਆ। ਸੋ ਪਹਿਲੀ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀਰ ਨੂੰ ਅਸੀਂ ਗਰੁੱਪ ਦੇ ਵਿੱਚ ਐਡ ਕਰੀਏ, ਔਰ ਉਹਨੂੰ ਅਸੀਂ ਪਹਿਲਾਂ ਇਹ ਕਹਿੰਦੇ ਹਾਂ ਕਿ ਵੀਰ ਇਸ ਗਰੁੱਪ ਦੇ ਵਿੱਚ 15-20 ਦਿਨ, ਮਹੀਨਾ ਰਹਿ ਕੇ ਦੇਖ, ਤੈਨੂੰ ਸਾਰੀਆਂ ਕੰਟਰੀਆਂ ਦੀ ਸਾਰੀ ਇਨਫੋਰਮੇਸ਼ਨ ਹੋ ਜਾਏਗੀ, ਬਜਾਏ ਕਿਸੇ ਏਜੰਟ ਕੋਲ। ਕਿਉਂਕਿ ਏਜੰਟ ਕਦੇ ਵੀ ਜੋ ਹੈ ਸੱਚੀ ਗੱਲ ਨਹੀਂ ਦੱਸਦਾ। ਏਜੰਟ ਤੁਹਾਨੂੰ ਦੱਸਦਾ ਹੈ ਉਹ ਗੱਲ ਜਿਹਦੇ ਨਾਲ ਉਹ ਤੁਹਾਡੇ ਕੋਲੋਂ ਉਹ ਪੈਸਾ ਕਢਵਾ ਸਕੇ, ਉਹ ਗੱਲ ਉਹ ਕਦੇ ਵੀ ਨਹੀਂ ਦੱਸਦਾ ਕਿ ਜਿਹੜੀ ਬਿਲਕੁਲ ਸੱਚੀ ਗੱਲ ਹੈ, ਜਾਂ ਉੱਥੇ ਜਾ ਕੇ ਤੁਹਾਡੇ ਨਾਲ ਹੋਣਾ ਕੀ ਹੈ, ਜੋ ਤੁਹਾਡੇ ਨਾਲ ਉਹਨਾਂ ਲੋਕਾਂ ਨੇ ਵਤੀਰਾ ਕਰਨਾ ਹੈ, ਜੋ ਤੁਹਾਡੇ ਨਾਲ ਖਾਣਾ ਪੀਣਾ ਕਿੱਦਾਂ ਹੋਏਗਾ, ਰਿਹਾਇਸ਼ ਕੈਸੀ ਹੋਏਗੀ, ਇਹ ਚੀਜ਼ਾਂ ਉਹ ਕਦੇ ਵੀ ਕੰਪਲੀਟਲੀ ਸਹੀ ਜੋ ਹੈ ਲੈਵਲ ਤੇ ਨਹੀਂ ਦੱਸਦੇ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅਸੀਂ ਦੁਬਈ ਵਿੱਚ ਆਏ ਹਾਂ ਤੇ ਏਜੰਟਾਂ ਨੇ ਸਾਨੂੰ ਵਸਾ ਦਿੱਤਾ। ਪਾਸਪੋਰਟ ਖੋਏ ਗਿਆ, ਜੌਬ ਵਗੈਰਾ ਕਹਿੰਦੇ ਅਸੀਂ ਟੈਗ ਦੇਵਾਂਗੇ, ਪਰ ਉਹਨਾਂ ਨੇ ਵੀਜ਼ਾ ਨਹੀਂ ਦਵਾਇਆ, ਘਰਾਂ ਵਿੱਚ ਭੇਜ ਦਿਆ। ਤੇ ਇਸ ਟਾਈਮ ਅਸੀਂ ਹਲਫ ਹਰਨੇਕ ਰੰਧਾਵਾ ਦੀ ਕੈਨੇਡਾ ਵਾਲਿਆਂ ਦੀ ਮੰਗ ਰਹੇ ਹਾਂ ਤੇ ਇੰਡੀਆ ਸਾਨੂੰ ਪਹੁੰਚਾ ਦੇਣ। ਇੰਡੀਅਨ ਐਮਬੈਸੀ ਦੇ ਵਿੱਚ ਵੀ ਅਸੀਂ ਉਹਨਾਂ ਦੀ ਹੈਲਪ ਮੰਗ ਰਹੇ ਹਾਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਸਾਨੂੰ ਇੱਥੇ ਪਾਸਪੋਰਟ ਵੀ ਨਹੀਂ ਸਾਡੇ ਦਿੱਤੇ ਜਾਂਦੇ। ਸਾਨੂੰ ਕੰਮ ਵਾਸਤੇ ਬੁਲਾਇਆ ਗਿਆ ਸੀ ਕਿ ਤੁਹਾਨੂੰ ਜੋਬ ਦਿਲਾਵਾਂਗੇ, ਮਤਲਬ ਮਾਲ ਵਿੱਚ, ਪਰ ਮਾਲ ਵਿੱਚ ਸਾਨੂੰ ਨਹੀਂ ਲਗਾਇਆ ਜਾਂਦਿਆ। ਸਾਨੂੰ ਇਹਨਾਂ ਨੇ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਭੇਜ ਦਿੱਤਾ। ਸਾਡੇ ਵੀਜ਼ੇ, ਪਾਸਪੋਰਟ ਸਭ ਕੁਛ ਇਹਨਾਂ ਰੱਖਿਆ। ਵੀਜ਼ੇ ਤੇ ਸਾਨੂੰ ਬੁਲਾਇਆ ਸੀ ਤਾਂ ਸਾਨੂੰ ਨਹੀਂ ਵੀਜ਼ਾ ਲਗਵਾਇਆ ਸਾਡਾ। ਅੱਗੇ ਅਸੀਂ ਰੰਧਾਵਾ ਹੈਲਪਲਾਈਨ ਨੂੰ ਸਿਰਫ ਰਿਕੁਐਸਟ ਕਰਦੇ ਹਾਂ ਕਿ ਸਾਡੀ ਰਿਕੁਐਸਟ ਸੁਣੋ, ਸਾਨੂੰ ਇੰਡੀਆ ਤੱਕ ਪਹੁੰਚਾਇਆ ਜਾਏ। ਤਾਂ ਅਸੀਂ ਇੰਡੀਆ ਐਮਬੈਸੀ ਵਾਲਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਸਾਨੂੰ ਸਾਡੇ ਘਰਾਂ ਤੱਕ ਪਹੁੰਚਾਇਆ ਜਾਏ। ਬਸ, ਸਤਿ ਸ਼੍ਰੀ ਅਕਾਲ। ਉਸ ਚੀਜ਼ ਦੀ ਰॉ ਇਨਫੋਰਮੇਸ਼ਨ ਉਹ ਬੰਦਾ ਦੇ ਸਕਦਾ ਹੈ ਜਿਹੜਾ ਉਹਨਾਂ ਕੰਟਰੀਆਂ 'ਚ ਆਲਰੇਡੀ ਰਹਿ ਰਿਹਾ। ਸੋ ਸਾਡੇ ਗਰੁੱਪ ਜਿੱਦਾਂ ਦੁਬਈ ਦਾ ਮੰਨ ਲਓ, ਸੋ ਦੁਬਈ 'ਚ ਹਰਨੇਕ ਰੰਧਾਵਾ ਹੈਲਪਲਾਈਨ ਜੋ ਸਾਡਾ ਗਰੁੱਪ ਹੈ ਉਹਦਾ ਅਸੀਂ ਇੱਕ ਦੁਬਈ ਵਿੰਗ ਹੈ, ਇੱਕ ਸਾਊਦੀ ਵਿੰਗ ਹੈ, ਇੱਕ ਓਮਾਨ ਵਿੰਗ ਹੈ। ਸੋ ਸਾਰੀਆਂ ਕੰਟਰੀਆਂ ਦੇ ਵਿੱਚ ਇੱਕ ਅਲੱਗ-ਅਲੱਗ ਤੋਂ ਵਿੰਗ ਹੈ, ਔਰ ਉਹਦੇ ਜੋ ਵੀਰ ਨੇ ਉਹ ਸਾਰੇ ਹਮੇਸ਼ਾ ਤਿਆਰ ਰਹਿੰਦੇ ਨੇ ਹੈਲਪ ਕਰਨ ਨੂੰ। ਸੋ ਸਾਡੀ ਪਹਿਲੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਜਿਹੜਾ ਵੀ ਵੀਰ ਸਾਡੇ ਬਾਰੇ ਜਾਣਨਾ ਚਾਹੁੰਦਾ ਉਹ ਗਰੁੱਪ 'ਚ ਆਵੇ। ਅਗਰ ਉਹਨੇ ਕਿਸੇ ਅਰਬ ਕੰਟਰੀ ਜਾ ਕੇ ਕੈਨੇਡਾ ਤੱਕ ਪਹੁੰਚਣਾ ਹੈ, ਜਾਂ ਅਗਰ ਉਹ
ਸਿਰਫ ਅਰਬ ਤੱਕ ਜਾਣ ਦੀ ਹੀ ਉਹਦੇ 'ਚ ਕੈਪੇਬਿਲਿਟੀ ਹੈ ਜਾਂ ਉਹਦੀ ਰਿਕੁਆਇਰਮੈਂਟਸ ਕੈਨੇਡਾ ਆਉਣ ਵਾਸਤੇ ਪੂਰੀਆਂ ਨਹੀਂ ਹੈ। ਉੱਥੇ ਜਾ ਕੇ ਘਰ-ਬਾਰ ਆਪਣਾ ਚਲਾਉਣਾ ਚਾਹੁੰਦਾ ਹੈ, ਆਪਣਾ ਦਾਣਾ ਪਾਣੀ ਚਲਾਉਣਾ ਚਾਹੁੰਦਾ, ਘਰ ਦੀ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਹੈ। ਸੋ ਉਹ ਸਾਰੀ ਇਨਫੋਰਮੇਸ਼ਨ ਉਹਨੂੰ ਗਰੁੱਪ ਦੇ ਵਿੱਚ ਹੀ ਮਿਲ ਜਾਏਗੀ। ਫਿਰ ਗਰੁੱਪ ਦੇ ਵਿੱਚ ਸੈਕਿੰਡ ਚੀਜ਼ ਅਸੀਂ ਕੀ ਕਰਦੇ ਹਾਂ, ਜਿਹੜੇ ਉੱਥੇ ਸਾਡੇ ਗਰੁੱਪ ਦੇ ਵੀਰ ਹੈਗੇ ਨੇ, ਜਿਹੜੇ ਗਰੁੱਪ 'ਚ ਸਾਡੇ ਨਾਲ ਕਾਫੀ ਲੰਬੇ ਟਾਈਮ ਤੋਂ ਜੁੜੇ ਨੇ, ਉਹ ਫਿਰ ਜਿਹੜੀਆਂ ਸਹੀ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਉਹ ਟਾਈਮ ਟੂ ਟਾਈਮ ਦੱਸਦੇ ਰਹਿੰਦੇ ਨੇ ਕਿ ਫਲਾਣੀ ਕੰਪਨੀ ਇੰਡੀਆ ਜਾ ਰਹੀ ਹੈ, ਇਹ ਬੜੀ ਵਧੀਆ ਕੰਪਨੀ ਹੈ, ਇਹ ਰਹਿਣਾ ਖਾਣਾ ਪੀਣਾ ਤੁਹਾਨੂੰ ਵਧੀਆ ਦਿੰਦੀ ਹੈ, ਟਾਈਮ ਸਿਰ ਸੈਲਰੀ ਦਿੰਦੀ ਹੈ, ਇਸ ਕੰਪਨੀ ਦਾ ਫਲਾਣੇ ਏਰੀਆ ਦੇ ਵਿੱਚ ਫਲਾਣੀ ਤਰੀਕ ਨੂੰ ਇੰਟਰਵਿਊ ਹੈ। ਸੋ ਅਸੀਂ ਉਹ ਗਰੁੱਪ ਦੇ ਵਿੱਚ ਇੰਟੀਮੇਟ ਕਰਦੇ ਹਾਂ। ਉਹਦੇ ਨਾਲ ਕਾਫੀ ਅੱਜ ਤੱਕ ਬੇਸ਼ੁਮਾਰ ਲੋਕਾਂ ਨੂੰ ਅਸੀਂ ਜੋ ਹੈ ਫਰੋਡ ਤੋਂ ਬਚਾ ਚੁੱਕੇ ਹਾਂ। ਔਰ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੰਟਰੀ ਮੈਂ ਜਾਣਾ ਹੈ, ਉਸ ਕੰਟਰੀ ਦੇ ਕਾਨੂੰਨ ਕਾਇਦੇ ਕਿਹੋ ਜਿਹੇ ਨੇ। ਜੇ ਸਾਨੂੰ ਇਹੀ ਨਹੀਂ ਪਤਾ ਕਿ ਮੈਂ ਦੁਬਈ ਜਾ ਕੇ ਲਾਇਸੈਂਸ ਬਣਾਵਾਂਗਾ ਜਾਂ ਦੁਬਈ 'ਚ ਲਾਇਸੈਂਸ ਮੇਰਾ 6-7 ਲੱਖ ਦਾ ਬਣਨਾ ਹੈ, ਮੈਂ ਸਊਦੀ ਜਾ ਕੇ ਲਾਇਸੈਂਸ ਬਣਾਉਣਾ ਉਹ ਮੇਰਾ 50-60 ਹਜ਼ਾਰ ਰੁਪਏ ਦਾ ਬਣਨਾ ਹੈ, ਅਸੀਂ 6-7 ਲੱਖ ਦਾ ਲਾਇਸੈਂਸ ਤੇ ਕਿਉਂ ਲਗਾਉਣਾ ਹੈ। ਸੋ ਇਨਫੋਰਮੇਸ਼ਨ ਬਹੁਤ ਵੱਡੀ ਚੀਜ਼ ਹੈ। ਅੱਜ ਦੀ ਡੇਟ 'ਚ ਜਿਸ ਕੋਲ ਇਨਫੋਰਮੇਸ਼ਨ ਹੈ ਉਹ ਹੀਰੋ ਹੈ। ਉਹਦੇ ਕੋਲ ਇਨਫੋਰਮੇਸ਼ਨ ਨਾਲ ਹੀ ਅੱਜ ਕੱਲ੍ਹ ਸਾਰੀ ਦੁਨੀਆ ਜੋ ਹੈ ਜਿੱਤੀ ਜਾ ਸਕਦੀ ਹੈ। ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਸਹੀ ਕੰਟਰੀ ਜਾ ਕੇ ਥੋੜ੍ਹੇ ਟਾਈਮ ਦੇ ਵਿੱਚ ਔਰ ਘੱਟ ਖਰਚੇ ਦੇ ਵਿੱਚ ਜਾ ਕੇ ਲਾਇਸੈਂਸ ਬਣਾ ਕੇ ਆਪਣੀ ਜ਼ਿੰਦਗੀ ਦੀ ਆਪਣੀ ਜੋ ਵੀ ਰੋਜ਼ੀ ਰੋਟੀ ਹੈ ਉਹ ਚਲਾ ਸਕਦੇ ਹੋ, ਘਰ ਦਾ ਪਰਿਵਾਰ ਜਿਹੜਾ ਉਹ ਪਾਲ ਸਕਦੇ ਹੋ। ਔਰ ਅੱਗੇ ਜਾਣਾ ਹੈ ਤੇ ਉਹ ਵੀ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੇ ਗਰੁੱਪ ਦੇ ਵਿੱਚ ਹੈ। ਔਰ ਜਿਹੜਾ ਮੇਰਾ YouTube ਚੈਨਲ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ ਵਿੱਚ ਆਲਮੋਸਟ 1000 ਦੇ ਲਾਗੇ ਵੀਡੀਓਜ਼ ਨੇ। ਉਹਦੇ ਵਿੱਚ ਸਾਰੀਆਂ ਗਲਫ ਕੰਟਰੀਆਂ ਦੇ ਬਾਰੇ ਦੱਸਿਆ ਕਿ ਕਿਹੜੀ ਕੰਟਰੀ 'ਚ ਕਿੰਨਾ ਖਰਚਾ ਹੁੰਦਾ, ਕਿਹੜੀ ਕਿੱਦਾਂ ਜਾਣਾ ਚਾਹੀਦਾ, ਕਿੱਦਾਂ ਨਹੀਂ ਜਾਣਾ ਚਾਹੀਦਾ। ਉਹਦੇ 'ਚ ਇੱਕ ਕੰਟਰੀ ਦਾ ਅਲੱਗ-ਅਲੱਗ ਇੰਡੀਵਿਜੂਅਲ ਵੀਡੀਓ ਹੈਗਾ। ਔਰ ਬਹੁਤ ਬੇਸ਼ੁਮਾਰ ਲੋਕ ਇਹੋ ਜਿਹੇ ਨੇ, ਜਿੱਥੇ ਤੁਸੀਂ ਬੈਠੇ ਹੋ ਇਸ ਟਾਈਮ ਸਰੀ ਦੇ ਵਿੱਚ ਨਥਿੰਗ ਲੈਸ ਦੈਨ ਕੋਈ 1000 ਐਸਾ ਡਰਾਈਵਰ ਹੋਣਾ ਜਿਹੜਾ ਕਿ ਆਪਣੇ ਵੀਡੀਓਜ਼ ਦੇਖ ਕੇ ਉੱਥੇ ਪਹੁੰਚਿਆ। ਇੰਡੀਆ ਤੋਂ ਅਰਬ ਗਏ ਨੇ, ਅਰਬ ਤੋਂ ਲਾਇਸੈਂਸ ਬਣਾ ਕੇ ਐਕਸਪੀਰੀਅੰਸ ਲੈ ਕੇ ਫਿਰ ਆਪਣੇ ਪੂਰਾ ਪ੍ਰੋਸੈਸਿੰਗ ਕਰਕੇ ਕੈਨੇਡਾ ਤੱਕ ਪਹੁੰਚੇ ਨੇ। ਸੋ ਅਸੀਂ ਬੇਨਤੀ ਇਹੀ ਕਰਦੇ ਹਾਂ ਕਿ ਗਰੁੱਪ ਜੁਆਇਨ ਕਰਕੇ ਉੱਥੋਂ ਪੂਰੀ ਰॉ ਇਨਫੋਰਮੇਸ਼ਨ ਲਓ ਕਿ ਐਕਚੁਅਲ ਅਰਬ ਕੰਟਰੀਆਂ 'ਚ ਕਿੱਦਾਂ ਜਾਣਾ ਚਾਹੀਦਾ ਹੈ ਔਰ ਕਿੱਦਾਂ ਫਰੋਡ ਤੋਂ ਬਚਿਆ ਜਾ ਸਕਦਾ। ਰੰਧਾਵਾ ਸਾਹਿਬ, ਦਰਅਸਲ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੀ ਇਨਫੋਰਮੇਸ਼ਨ ਹੈ, ਜਾਣਕਾਰੀ, ਉਹ ਸਫਲਤਾ ਦੀ ਕੁੰਜੀ ਹੈ। ਜਿਸ ਤਰ੍ਹਾਂ ਮਿਹਨਤ ਨੂੰ ਸਫਲਤਾ ਦੀ ਕੁੰਜੀ ਕਹਿੰਦੇ ਆ ਨਾ, ਪਰ ਜਿਹੜੀ ਅਧੂਰੀ ਇਨਫੋਰਮੇਸ਼ਨ ਹੈ ਉਹ ਸਮਝੋ ਗਲਤ ਤੁਹਾਡੇ ਫਾਂਸੀ ਦਾ ਫੰਦਾ ਹੈ। ਉਹ ਤੁਹਾਨੂੰ ਕਿਸੇ ਨਾ ਕਿਸੇ ਖਤਰਨਾਕ ਬੰਦੇ ਕੋਲ ਵੀ ਲਿਜਾਊ, ਖਤਰਨਾਕ ਮੋੜ ਤੇ ਜ਼ਿੰਦਗੀ ਤੇ ਲਿਜਾਣ ਵਾਸਤੇ ਜਾਂ ਪਹੁੰਚਾਉਣ ਵਾਸਤੇ ਤੁਹਾਡੇ ਵਾਸਤੇ ਸਹਾਇਕ ਸਿੱਧ ਹੋਊ ਅਧੂਰੀ ਇਨਫੋਰਮੇਸ਼ਨ। ਪਰ ਹੁਣ ਮੈਨੂੰ ਇਹ ਦੱਸਿਓ, ਬਹੁਤ ਸਾਰੀਆਂ ਖਬਰਾਂ ਸਮੇਂ-ਸਮੇਂ ਤੇ ਆਉਂਦੀਆਂ ਨੇ ਕਿ ਬਹੁਤ ਸਾਰੀਆਂ ਧੀਆਂ ਧਿਆਣੀਆਂ ਇਹਨਾਂ ਮੁਲਕਾਂ ਵਿੱਚ ਭੇਜੀਆਂ ਜਾਂਦੀਆਂ ਨੇ ਜਾਂ ਆਪ ਜਾਂਦੀਆਂ ਨੇ, ਕਿਉਂਕਿ ਉਹਨਾਂ ਘਰਾਂ ਦੇ ਵਿੱਚ ਕਈ ਵਾਰੀ ਹੁੰਦਾ ਹੀ ਨਹੀਂ, ਕੋਈ ਨੌਜਵਾਨ ਹੀ ਨਹੀਂ ਹੁੰਦਾ, ਕੋਈ ਪਰਿਵਾਰ ਦਾ ਇਸ ਤਰ੍ਹਾਂ ਦਾ ਜੀਅ ਨਹੀਂ ਹੁੰਦਾ ਜਿਹੜਾ ਬਾਹਰ ਜਾ ਕੇ ਕਮਾਈ ਕਰ ਸਕੇ। ਕੋਈ ਬਾਹਰ ਜਾਣਾ ਗਲਤ ਨਹੀਂ, ਪਹਿਲੀ ਗਲਤ ਤਰੀਕੇ ਨਾਲ ਜਾਣਾ ਗਲਤ ਹੈ ਤੇ ਗਲਤ ਬੰਦਿਆਂ ਦੇ ਹੱਥੀਂ ਚੜ੍ਹ ਕੇ ਜਾਣਾ ਗਲਤ ਹੈ। ਸਮੇਂ-ਸਮੇਂ ਤੇ ਖਬਰਾਂ ਮਿਲਦੀਆਂ ਰਹਿੰਦੀਆਂ ਕਿ ਧੀਆਂ ਧਿਆਣੀਆਂ ਧੰਦੇ ਵਿੱਚ, ਗਲਤ ਧੰਦੇ ਵਿੱਚ ਧੱਕ ਦਿੱਤੀਆਂ ਗਈਆਂ। ਪਰ ਉਹਦੇ ਤੋਂ ਵੀ ਖਤਰਨਾਕ ਗੱਲ ਪਿੱਛੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਆਉਂਦੀ ਹੈ, ਕੋਈ ਕਿਸੇ ਬਗਾਨੇ ਨੇ ਨਹੀਂ, ਆਪਣਿਆਂ ਨੇ ਧੱਕੀਆਂ ਨੇ। ਕਿੰਨੀਆਂ ਕੁ ਖਬਰਾਂ ਜੀ ਇਸ ਤਰ੍ਹਾਂ ਦੀਆਂ ਮਿਲਦੀਆਂ ਜੀ ਤੁਹਾਨੂੰ ਵੀ? ਜੀ ਇਹ ਚੀਜ਼ ਸਭ ਤੋਂ ਜ਼ਿਆਦਾ ਅਸੀਂ ਸਾਰਾ ਦਿਨ ਇਹੀ ਚੀਜ਼ ਫੇਸ ਕਰਦੇ ਹਾਂ। ਔਰ ਅੱਜ ਤੱਕ ਅਸੀਂ ਜਿੰਨੀਆਂ ਵੀ ਧੀਆਂ ਭੈਣਾਂ ਉੱਥੋਂ ਰੈਸਕਿਊ ਕੀਤੀਆਂ ਨਾ, ਮੋਸਟਲੀ ਉਹਨਾਂ ਨੂੰ ਆਪਣੇ ਹੀ ਲੋਕਾਂ ਨੇ ਫਸਾਇਆ। ਉਹਨਾਂ ਦੀਆਂ ਆਪਣੀਆਂ ਕਿਸੇ ਕੋਈ ਯਾਰ ਦੋਸਤ ਦੀ ਭੈਣ ਨੇ, ਕੋਈ ਉਹਨਾਂ ਦੀ ਮਾਸੀ ਚਾਚੀ ਤਾਈ, ਇੱਦਾਂ ਜੋ ਅੱਗੇ ਤੋਂ ਅੱਗੇ ਰਿਲੇਟਿਵਸ ਨੇ, ਉਹਨਾਂ ਨੇ ਮਤਲਬ ਆਪਣੇ ਕਮਿਸ਼ਨ ਬਣਾਉਣ ਦੇ ਚੱਕਰ ਦੇ ਵਿੱਚ ਕਿ ਮੈਂ ਤਾਂ ਚਲੋ ਪਹੁੰਚ ਗਈ ਹਾਂ। ਸੋ ਮੰਨ ਲਓ ਕਿ ਜਿੱਦਾਂ ਕੋਈ ਵਾਕਈ ਪੰਜਾਬੀ ਕੁੜੀ ਜੋ ਹੈ ਜਾ ਕੇ ਕਿਸੇ ਪਰਿਵਾਰ ਦੇ ਵਿੱਚ ਇਹੋ ਜਿਹੇ ਪਰਿਵਾਰ 'ਚ ਲੱਗ ਗਈ ਹੈ ਜਿੱਥੇ ਕਿ ਉਹ ਵਧੀਆ ਆਪਣਾ ਕੰਮ ਕਰ ਰਹੀ ਹੈ, 4 ਪੈਸੇ ਕਮਾਉਣ ਲੱਗ ਗਈ ਹੈ। ਉੱਥੋਂ ਫਿਰ ਉਹਨਾਂ ਦੀ ਸਾਈਕੀ ਇਹੋ ਜਿਹੀ ਹੋ ਜਾਂਦੀ ਹੈ ਕਿ ਹੁਣ ਜਿਹੜੀ ਮੇਰੀ ਤਨਖਾਹ ਆਉਂਦੀ ਹੈ ਥੋੜ੍ਹੀ ਬਹੁਤ ਉਹੀ ਆਉਂਦੀ ਹੈ, ਇਸ ਤੋਂ ਇਲਾਵਾ ਮੈਂ ਐਕਸਟਰਾ ਮਨੀ ਜਿਹੜਾ ਉਹ ਕਿੱਦਾਂ ਜਨਰੇਟ ਕਰ ਸਕਦੀ ਹਾਂ। ਸੋ ਐਕਸਟਰਾ ਮਨੀ ਜਨਰੇਟ ਕਰਨ ਵਾਸਤੇ ਉਹ ਆਪਣੇ ਪਿੰਡਾਂ ਦੇ ਵਿੱਚ ਫਿਰ ਜਿਹੜੀਆਂ ਕੁੜੀਆਂ ਫ੍ਰੀ ਹੁੰਦੀਆਂ ਨੇ ਜਾਂ ਜਿਹੜੀਆਂ ਬਾਹਰ ਜਾਣ ਦੀਆਂ ਇੱਛੁਕ ਹੁੰਦੀਆਂ ਨੇ, ਜਾਂ ਜ਼ਿਆਦਾਤਰ ਜਿਹੜੀਆਂ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ, ਉਹਨਾਂ ਨੂੰ ਵਰਗਲਾ ਕੇ ਕਿ ਤੇਰਾ ਕੋਈ ਪੈਸਾ ਨਹੀਂ ਲੱਗਣਾ, ਤੂੰ ਆ ਜਾ, ਤੈਨੂੰ ਮੈਂ ਬੁਲਾ ਲੈਂਦੀ ਹਾਂ, ਤੇਰੀ ਟਿਕਟ ਵੀ ਭੇਜ ਦਿੰਦੀ ਹਾਂ ਤੇ ਤੇਰਾ ਵੀਜ਼ਾ ਵੀ ਭੇਜ ਦਿੰਦੀ ਹਾਂ। ਲੇਕਿਨ ਜਿੱਦਾਂ ਹੀ ਉਹ ਉੱਥੇ ਪਹੁੰਚਦੇ ਨੇ, ਉਹ ਅੱਗੇ ਜੋ ਨੇ ਜਿਹੜੇ ਪੇਮੈਂਟਸ ਹੈਗੇ ਨੇ ਉਹਨਾਂ ਨੂੰ ਉਹ ਵੇਚ ਦਿੱਤਾ ਜਾਂਦਾ ਇੱਕ ਮੁਸ਼ਤ ਰਕਮ ਦੇ ਉੱਪਰ, 2 ਲੱਖ 3 ਲੱਖ ਰੁਪਈਏ ਤੇ ਉਹ ਵੇਚ ਦਿੱਤਾ ਜਾਂਦਾ ਹੈ। ਔਰ ਜਦੋਂ ਫਿਰ ਉਹਨਾਂ ਨੂੰ ਮਾਰਕੁੱਟ ਹੁੰਦੀ ਹੈ ਜਾਂ ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕਿਆ ਜਾਂਦਾ ਤੇ ਉਦੋਂ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹੁਣ ਵਾਪਸ ਜਾਈਏ। ਸੋ ਵਾਪਸ ਜਾਣ ਦਾ ਰਸਤਾ ਜਿਹੜਾ ਉਹ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਵਾਪਸ ਜਾਣਾ ਹੈ ਤੇ 2 ਲੱਖ ਰੁਪਇਆ ਜਾਂ 3 ਲੱਖ ਰੁਪਇਆ ਸਾਨੂੰ ਦਿਓ ਤੇ ਫਿਰ ਅਸੀਂ ਤੁਹਾਨੂੰ ਵਾਪਸ ਜਾਣ ਦਾਂਗੇ, ਅਦਰਵਾਈਜ਼ ਨਹੀਂ ਜਾਣ ਦਾਂਗੇ। ਸੋ ਇੱਥੋਂ ਬੰਦਾ ਫ੍ਰੀ ਜਾਣ ਦੇ ਲਾਲਚ ਦੇ ਵਿੱਚ ਚਲਾ ਜਾਂਦਾ, ਲੇਕਿਨ ਜਦੋਂ ਉੱਥੇ ਪਹੁੰਚਦਾ ਉੱਥੇ ਜਾ ਕੇ ਪਤਾ ਲੱਗਦਾ ਕਿ ਇੱਕ ਤਾਂ ਮਾਰਕੁੱਟ ਹੁੰਦੀ ਹੈ, ਦੂਸਰਾ ਜ਼ਹਿਨੀ ਤੇ ਮਾਨਸਿਕ ਤਸ਼ੱਦਦ ਜਿਹੜਾ ਉਹ ਆਲਮੋਸਟ ਰੂਟੀਨ ਦਾ ਵਿਸ਼ਾ ਹੈ।
ਸੋ ਬਹੁਤ ਘੱਟ ਇਹੋ ਜਿਹੇ ਕੁੜੀਆਂ ਜਾਂ ਮੁੰਡੇ ਨੇ ਜਿਹੜੇ ਸਪੈਸ਼ਲੀ ਕੁੜੀਆਂ ਜਿਹੜੀਆਂ ਨੇ ਹਾਊਸਮੇਟਸ ਜਿਹੜੀਆਂ ਨੇ ਉਹ ਇਹੋ ਜਿਹੇ ਕੰਮ 'ਚ ਸੈੱਟ ਨਹੀਂ ਆ, ਜਿਹਨੂੰ ਕਹਿ ਸਕਦੇ ਕਿ ਬਿਲਕੁਲ ਵਧੀਆ ਲੱਗੀਆਂ ਨੇ। ਅਦਰਵਾਈਜ਼ ਜ਼ਿਆਦਾਤਰ ਨਾਲ ਇਹੀ ਡੇਲੀ ਸਾਰਾ ਕੁਝ ਹੁੰਦਾ ਹੈ। ਉਹਨਾਂ ਦਾ ਜ਼ਹਿਨੀ ਔਰ ਮਾਨਸਿਕ ਤਸ਼ੱਦਦ ਕੀਤਾ ਜਾਂਦਾ ਉਹਨਾਂ ਤੇ, ਔਰ ਉਹਨਾਂ ਦੀ ਵੀ ਇੱਕ ਇਹੋ ਜਿਹੀ ਰੂਟੀਨ ਬਣ ਜਾਂਦੀ ਹੈ ਕਿ ਜਿਹੜੀਆਂ ਥੋੜ੍ਹੀਆਂ ਬਹੁਤ ਸੈੱਟ ਹੁੰਦੀਆਂ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪਿੱਛੋਂ ਪੰਜਾਬ ਤੋਂ ਕਿਸੇ ਕੁੜੀ ਨੂੰ ਬੁਲਾ ਕੇ ਇੱਥੇ ਅੱਗੇ ਵੇਚ ਦਿੱਤਾ ਜਾਏ। ਔਰ ਅਸੀਂ ਬੇਸ਼ੁਮਾਰ ਹੁਣ ਤੱਕ ਧੀਆਂ ਭੈਣਾਂ ਕੁੜੀਆਂ ਨੂੰ ਕੱਢ ਚੁੱਕੇ ਹਾਂ ਜਿਹੜੀਆਂ ਕਿ ਮਤਲਬ ਇੰਡੀਆ ਤੋਂ ਫ੍ਰੀ ਗਈਆਂ ਨੇ, ਔਰ ਉੱਥੇ ਜਾਂਦੇ ਹੀ ਅੱਗੇ ਜਿਹੜੇ ਏਜੰਟ ਨੇ, ਚਾਹੇ ਉਹ ਇੰਡੀਅਨ ਹੈ, ਚਾਹੇ ਉਹ ਪਾਕਿਸਤਾਨੀ ਹੈ, ਚਾਹੇ ਉਹ ਬੰਗਲਾਦੇਸ਼ੀ ਹੈ ਜਾਂ ਨੇਪਾਲੀ ਹੈ, ਇਹੋ ਜਿਹੇ ਜਿਹੜੇ ਏਜੰਟ ਨੇ ਉਹ ਫਿਰ ਅੱਗੇ ਜਿਹੜੇ ਨੇ ਉਹ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕਦੇ ਨੇ, ਇੱਕ ਮੁਸ਼ਤ ਰਕਮ ਲੈ ਲੈਂਦੇ ਨੇ। ਸੋ ਇਹ ਤਾਂ ਡੇਲੀ ਦਾ ਵਿਸ਼ਾ ਵੀਰ ਜੀ, ਇਹ ਸਾਡੇ ਕੋਲ ਡੇਲੀ ਹੀ ਖਬਰਾਂ ਆਉਂਦੀਆਂ ਨੇ। ਇਸ ਮਹੀਨੇ 'ਚ ਵੀ ਆਲਮੋਸਟ ਅਸੀਂ 3 ਕੁੜੀਆਂ ਜਿਹੜੀਆਂ ਨੇ ਉਹ ਅਸੀਂ ਰੈਸਕਿਊ ਕਰ ਚੁੱਕੇ ਹਾਂ, ਔਰ ਤਿੰਨਾਂ ਦੀ ਹੀ ਸੇਮ ਸਟੋਰੀ। ਰੰਧਾਵਾ ਸਾਹਿਬ, ਮੈਨੂੰ ਇਹ ਦੱਸਿਓ, ਜਿਹੜੀਆਂ ਲੜਕੀਆਂ ਜਾਂ ਜਿਹੜੀਆਂ ਧੀਆਂ ਧਿਆਣੀਆਂ ਅੱਗੇ ਵੇਚ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦਾ ਸੌਦਾ ਕਰ ਲਿਆ ਜਾਂਦਾ ਹੈ। ਦੇਖੋ, ਦਾਸਤਾਂ ਬੜੀ ਦਰਦਨਾਕ ਹੈ। ਤੁਸੀਂ ਦੱਸ ਦਿਓ ਕਿ ਲਗਭਗ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਉਹਨੂੰ ਰੈਸਕਿਊ ਵੀ ਤੁਸੀਂ ਕਰ ਲਿਆਉਂਦੇ ਹੋ। ਉਹਨਾਂ ਤੱਕ ਪਹੁੰਚਣਾ ਜਾਂ ਉਹਨਾਂ ਦਾ ਤੁਹਾਡੇ ਤੱਕ ਪਹੁੰਚ ਕਰਨਾ ਸੁਖਾਲਾ ਨਹੀਂ ਹੁੰਦਾ ਹੋਣਾ, ਕਿਉਂਕਿ ਉਹ ਤਾਂ ਵਿਚਾਰੀਆਂ ਮੱਕੜ ਜਾਲ ਦੇ ਵਿੱਚ ਫਸ ਚੁੱਕੀਆਂ ਨੇ। ਇਹ ਸਭ ਕਿਵੇਂ ਹੁੰਦਾ ਜੀ? ਬਨੀਪਾਲ ਸਾਹਿਬ, ਜਦੋਂ ਇੱਥੋਂ ਕੋਈ ਵੀ ਕੁੜੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਵੀ ਉਹਨੂੰ ਉਸ ਦਾ ਕੰਪਨੀ ਦਾ ਮਾਲਿਕ, ਮਤਲਬ ਜਿਹੜੀਆਂ ਏਜੰਸੀਜ਼ ਨੇ ਜਿਹੜੀਆਂ ਕਿ ਹਾਊਸਮੇਟਸ ਪ੍ਰੋਵਾਈਡ ਕਰਦੀਆਂ ਨੇ, ਉਹਨਾਂ ਦਾ PRO ਜੋ ਹੈ, ਮੋਸਟਲੀ ਲੇਡੀਜ਼ ਹੁੰਦੀਆਂ ਨੇ, ਉਹ 에ਅਰਪੋਰਟ ਤੇ ਲੈਣ ਆਉਂਦੀਆਂ। ਉਹ ਸਭ ਤੋਂ ਪਹਿਲਾਂ ਉਹ ਉਹਨਾਂ ਦਾ ਪਾਸਪੋਰਟ ਗ੍ਰੈਬ ਕਰਦੀਆਂ, ਪਾਸਪੋਰਟ ਪਕੜਦੀਆਂ ਨੇ। ਪਾਸਪੋਰਟ ਪਕੜਨ ਤੋਂ ਬਾਅਦ ਉਹਨਾਂ ਨੂੰ ਆਪਣੇ ਰੂਮ ਤੇ ਲੈ ਕੇ ਜਾਇਆ ਜਾਂਦਾ, ਜਿਹੜਾ ਕਿ ਆਫਿਸ ਦੇ ਵਿੱਚ ਹੀ ਬਣਿਆ ਹੁੰਦਾ ਹੈ। ਔਰ ਉੱਥੋਂ ਜੋ ਹੈ ਉਹਨਾਂ ਨੂੰ ਫਿਰ ਅਗਲੇ ਦਿਨ ਕੋਈ ਅਰਬੀ ਆਉਂਦੇ ਨੇ, ਉਹਨਾਂ ਨੂੰ ਜਿਹੜੀ ਪਸੰਦ ਆਉਂਦੀ ਹੈ ਉਹਦਾ ਫਿਰ ਉਹ ਆਪਣਾ ਮੋਲ ਤੋਲ ਕਰਕੇ ਲੈ ਜਾਂਦੇ ਆ। ਸੋ ਅਰਬੀਆਂ ਦੇ ਜਿਹੜੇ ਘਰ ਵੀ ਨੇ, ਅਗਰ ਤੁਸੀਂ ਮੇਰੀ ਗੱਲ ਤੇ ਛੱਡੋ, ਤੁਸੀਂ ਅਗਰ ਤੁਸੀਂ ਗੂਗਲ ਅਰਥ ਤੇ ਜਾ ਕੇ ਦੇਖੋ, ਇਹਨਾਂ ਦੇ ਘਰ ਦੇਖੋ, ਉਹਨਾਂ ਦੇ ਘਰ ਕਿਲੇ ਵਰਗੇ ਹੁੰਦੇ ਆ, ਵੱਡੇ ਵੱਡੇ। ਮੈਂ ਵਿਜ਼ਿਟ ਕੀਤਾ ਜੀ ਅਰਬ ਮੁਲਕ ਨੂੰ, ਮੈਂ ਵਿਜ਼ਿਟ ਕੀਤਾ, ਬਹੁਤ ਖੂਬਸੂਰਤ ਵੱਡੇ ਵੱਡੇ ਘਰ ਨੇ ਜੀ। ਹਾਂਜੀ, ਵੱਡੇ ਵੱਡੇ ਘਰ ਨੇ, ਔਰ ਮੋਸਟਲੀ ਚਾਰੋਂ ਪਾਸੇ ਰੋਡ ਹੁੰਦੇ ਆ ਉਹਨਾਂ ਦੇ, ਔਰ ਬਿਲਕੁਲ ਕਿਲਾਨੁਮਾ ਹੁੰਦੇ ਆ, ਵੱਡੇ ਹੁੰਦੇ ਆ। ਲੇਕਿਨ ਉਹਦੇ 'ਚ ਇੱਕ ਹਮੇਸ਼ਾ ਲੂਪ ਹੋਲ ਹੁੰਦਾ ਹੈ ਕਿ ਜਿਹੜੀ ਜਿੱਦਾਂ ਹੁਣ ਆਪਣੀ ਵੀ ਇੱਥੇ ਗਾਰਬੇਜ ਕਲੈਕਸ਼ਨ ਵਾਸਤੇ ਗੱਡੀ ਆਉਂਦੀ ਹੈ, ਸੋ ਉੱਥੇ ਇਹ ਜਿਹੜੀਆਂ ਕੁੜੀਆਂ ਹੁੰਦੀਆਂ ਨੇ, ਇਹਨਾਂ ਕੋਲੋਂ ਪਾਸਪੋਰਟ ਖੋਹ ਲਿਆ ਜਾਂਦਾ ਹੈ, ਔਰ ਇਹਨਾਂ ਕੋਲੋਂ ਮੋਬਾਈਲ ਫੋਨ ਵੀ ਮੋਸਟਲੀ ਖੋਹ ਲਿਆ ਜਾਂਦਾ ਹੈ। ਜਿਹੜੀਆਂ 2-3-4 ਮਹੀਨੇ ਔਖਾ ਸੌਖਾ ਟਾਈਮ ਟੱਪ ਲੈਂਦੀਆਂ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਵਿਸ਼ਵਾਸ ਤੋਂ ਬਾਅਦ ਇਹਨਾਂ ਦਾ ਜਿਹੜਾ ਹੈ ਉਹ ਮੋਬਾਈਲ ਵਾਪਸ ਕੀਤਾ ਜਾਂਦਾ ਹੈ। ਜਿਹੜੇ ਕੇਸ ਦੇ ਵਿੱਚ ਮੋਬਾਈਲ ਵਾਪਸ ਨਹੀਂ ਕੀਤਾ ਜਾਂਦਾ ਤੇ ਉਹ ਫਿਰ ਕੋਸ਼ਿਸ਼ ਕਰਦੀਆਂ ਨੇ ਕਿ ਕੋਈ ਨਾਲ ਫਿਲੀਪੀਨਸ ਦੀ ਕੁੜੀ ਹੋਵੇ, ਕੋਈ ਇੰਡੋਨੇਸ਼ੀਆ ਦੀ ਕੁੜੀ ਹੋਵੇ, ਕਿਸੇ ਹੋਰ ਜਗ੍ਹਾ ਦੀ ਕੁੜੀ ਹੋਵੇ, ਫਿਰ ਉਹ ਵੀਡੀਓ ਦੇਖਣਾ ਸ਼ੁਰੂ ਕਰਦੀਆਂ ਕਿ ਅਸੀਂ ਫਸੇ ਹਾਂ, ਸਾਡੇ ਤੋਂ ਪਹਿਲਾਂ ਵੀ ਕੋਈ ਫਸਿਆ ਹੋਊਗਾ। ਤੇ ਜਦੋਂ ਫਿਰ ਉਹ ਰੈਸਕਿਊ ਦੀਆਂ ਵੀਡੀਓ ਸਰਚ ਕਰਦੀਆਂ ਕਿ ਕੀ ਪਤਾ ਕੋਈ ਸਾਡੇ ਤੋਂ ਪਹਿਲਾਂ ਕੋਈ ਪੰਜਾਬ ਦੀ ਧੀ ਭੈਣ ਫਸੀ ਹੋਏਗੀ, ਉਹਦਾ ਕੋਈ ਵੀਡੀਓ ਮਿਲ ਜੇ ਸਾਨੂੰ, ਤੇ ਉਹ ਵੀਡੀਓ ਸਾਰੇ ਦੇ ਸਾਰੇ ਸਾਡੇ ਹੀ ਆਉਂਦੇ। ਉਹ ਹਰ ਵੀਡੀਓ ਦੇ ਵਿੱਚ ਆਪਣਾ ਨੰਬਰ ਹੈ, ਫਿਰ ਉਹ ਸਾਨੂੰ ਕੰਟੈਕਟ ਕਰਦੇ ਕਿ ਵੀਰ ਜੀ ਤੁਸੀਂ ਫਲਾਣੀ ਕੁੜੀ ਨੂੰ ਕਢਾਇਆ, ਤੁਸੀਂ ਫਲਾਣੀ ਨੂੰ ਕਢਾਇਆ, ਤੁਸੀਂ ਫਲਾਣੀ ਨੂੰ ਕਢਾਇਆ, ਤੁਸੀਂ ਸਾਨੂੰ ਕਢਵਾਓ। ਫਿਰ ਅਸੀਂ ਉਹਨਾਂ ਤੋਂ ਉਹਨਾਂ ਦੀ ਜਿਹੜੀ ਪ੍ਰੋਪਰ ਲੋਕੇਸ਼ਨ ਹੈ, ਅਸੀਂ ਉਹ ਲੋਕੇਸ਼ਨ ਮੰਗਵਾਉਂਦੇ ਹਾਂ। ਔਰ ਅਗਰ ਉਹਨਾਂ ਕੋਲ ਜਿਹੜਾ ਫੋਨ ਹੈ, ਉਹਨਾਂ ਕੋਲ ਫੋਨ ਨਹੀਂ ਹੈ, ਤੇ ਜਿਹੜੀਆਂ ਉਹਨਾਂ ਦੇ ਨਾਲ ਜਿਹੜੀਆਂ ਹੋਰ ਕਿਸੇ ਕੰਟਰੀ ਦੀ, ਚਾਹੇ ਸ਼੍ਰੀਲੰਕਾ ਦੀ ਹੈ, ਨੇਪਾਲ ਦੀ ਹੈ, ਫਿਲੀਪੀਨਸ ਦੀ ਹੈ, ਇੰਡੋਨੇਸ਼ੀਆ ਦੀ ਹੈ, ਉਹ ਜਿਹੜੀਆਂ ਉਹਨਾਂ ਦੇ ਨਾਲ ਹਾਊਸਮੇਟਸ ਹੋਰ ਲਾਗੇ ਤਾਗੇ ਦੀਆਂ ਕੰਮ ਕਰਦੀਆਂ ਨੇ, ਫਿਰ ਉਹਨਾਂ ਤੋਂ ਲੋਕੇਸ਼ਨ ਮੰਗਾ ਕੇ ਟਰੇਸ ਕਰਕੇ ਤੇ ਫਿਰ ਆਪਾਂ ਅੱਗੇ ਦੀ ਜੋ ਰੈਕੀ ਕਰਦੇ ਹਾਂ, ਪ੍ਰੋਪਰ ਆਪਾਂ ਆਪਣੇ ਗਰੁੱਪ ਦਾ ਕੋਈ ਵੀਰ ਭੇਜ ਕੇ ਉਸ ਏਰੀਆ ਦੀ ਪੂਰੀ ਰੈਕੀ ਕੀਤੀ ਜਾਂਦੀ ਹੈ ਕਿ ਕਿਹੜੇ ਏਰੀਆ ਦੇ ਵਿੱਚ ਉਹ ਧੀ ਭੈਣ ਜਿਹੜੀ ਆ ਫਸੀ ਹੈ। ਅਗਰ ਉਹਦੇ ਕੋਲ ਮੋਬਾਈਲ ਹੈ ਫਿਰ ਤਾਂ ਐਕੂਰੇਟ ਲੋਕੇਸ਼ਨ ਤੋਂ ਪਤਾ ਲੱਗ ਜਾਂਦਾ ਹੈ। ਲੇਕਿਨ ਜੋ ਸਾਡਾ ਕੋਆਰਡੀਨੇਸ਼ਨ ਹੈ ਕਿ ਪਹਿਲਾਂ ਪੂਰੀ ਰੈਕੀ ਕਰਕੇ ਤੇ ਕਾਫੀ ਦੂਰ ਜੋ ਹੈ, ਮਤਲਬ ਸਮਝ ਲਓ ਕਿ ਕਰੀਬ 800 ਮੀਟਰ ਜਾਂ 1 ਕਿਲੋਮੀਟਰ ਦੂਰ ਜੋ ਹੈ ਆਪਾਂ ਗੱਡੀ ਖੜੀ ਕਰਦੇ ਹਾਂ। ਔਰ ਉਹ ਜਿਹੜੀਆਂ ਧੀਆਂ ਭੈਣਾਂ ਨੇ ਉਹ ਜਿਸ ਟਾਈਮ ਆਲਮੋਸਟ ਸਾਰੇ ਸੁੱਤੇ ਹੁੰਦੇ ਨੇ, ਦੁਪਹਿਰ ਨੂੰ 3 ਜਾਂ 4 ਵਜੇ ਜਾਂ ਕਈ ਵਾਰ ਰਾਤ ਨੂੰ ਵੀ ਅਸੀਂ ਆਪਰੇਸ਼ਨ ਕਰਦੇ ਹਾਂ, ਉਹ ਗਾਰਬੇਜ ਸਿੱਟਣ ਇੱਕ ਵਾਰ ਦਿਨ ਦੇ ਵਿੱਚ ਬਾਹਰ ਆਉਂਦੀ ਹੈ। ਉਹ ਜਿਹੜਾ ਪੁਆਇੰਟ ਹੁੰਦਾ ਹੈ ਗਾਰਬੇਜ ਸਿੱਟਣ ਦਾ, ਫਿਰ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਉੱਥੋਂ ਕੋਈ ਵੀ ਕੱਪੜਾ ਨਾਲ ਨਹੀਂ ਲੈ ਕੇ ਆਉਣਾ, ਕਿਉਂਕਿ ਸਭ ਤੋਂ ਪਹਿਲਾਂ ਉਹ ਚਾਰਜ ਇਹ ਲਗਾਉਂਦੇ ਆ ਕਿ ਕੁੜੀ ਸਾਡੇ ਘਰੋਂ ਦੌੜੀ ਹੈ ਤੇ ਸਾਰਾ ਕੁਝ ਸਾਡਾ ਲੁੱਟ ਪੁੱਟ ਕੇ ਲੈ ਗਈ ਹੈ, ਸਾਨੂੰ ਜੋ ਹੈ ਉਹ ਚੋਰੀ ਦਾ ਇਲਜ਼ਾਮ ਦੇ ਵਿੱਚ ਫਸਾ ਦਿੰਦੇ ਆ। ਇਸ ਕਰਕੇ ਉਹਨਾਂ ਦੇ ਘਰ ਦੇ ਲਾਗੇ ਤਾਗੇ ਜਿਹੜੇ ਕੈਮਰੇ ਨੇ, ਅਗਰ ਅਸੀਂ ਚਾਹੀਏ ਤਾਂ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਤੁਸੀਂ ਕੈਮਰਾ ਦਿਖਾਓ, ਕੈਮਰੇ ਦੇ ਵਿੱਚ ਅਗਰ ਕੁੜੀ ਕੋਈ ਹੱਥੋਂ ਲੈ ਕੇ ਨਿਕਲੀ ਹੈ, ਕੋਈ ਨਾ ਬੈਗ ਭਰਿਆ, ਤਾਂ ਤੁਸੀਂ ਜ਼ਰੂਰ ਦੱਸੋ। ਇਸ ਕਰਕੇ ਕੁੜੀ ਨੂੰ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਤੇਰਾ ਸਮਾਨ ਹੈ ਤੂੰ ਰਹਿਣ ਦੇ ਉੱਥੇ ਹੀ, ਜੋ ਵੀ ਤੇਰਾ ਕੱਪੜਾ ਲੱਤਾ ਹੈ
ਉਹ ਉੱਥੇ ਹੀ ਛੱਡਦੇ। ਸੋ ਅਸੀਂ ਹਮੇਸ਼ਾ ਹੁਣ ਵੀ ਜੋ ਕੱਲ ਪਰਸੋਂ ਕੁੜੀ ਰੈਸਕਿਊ ਕੀਤੀ ਹੈ, ਉਹ ਸਾਰੇ ਕੱਪੜੇ ਲੱਤੇ, ਉਹਦਾ ਖਾਣ ਪੀਣ ਦਾ ਸਮਾਨ, ਉਹਦਾ ਬੈਗ ਸ਼ੈਗ ਸਭ ਕੁਛ, ਹਰ ਚੀਜ਼ ਅਸੀਂ ਆਪਣੇ ਗਰੁੱਪ ਦੀ ਤਰਫੋਂ ਉਹਨੂੰ ਲੈ ਕੇ ਦਿੱਤੀ ਹੈ। ਸੋ ਰੈਸਕਿਊ ਕਰਨ ਵਾਸਤੇ ਪੂਰਾ ਪ੍ਰੋਪਰ ਇੱਕ ਰੈਕੀ ਕਰਕੇ ਪੂਰਾ ਇੱਕ ਪ੍ਰੋਪਰ ਤਰੀਕੇ ਨਾਲ ਅਸੀਂ ਉਹਨੂੰ ਕੋਆਰਡੀਨੇਟ ਕਰਦੇ ਹਾਂ। ਔਰ ਇੱਕ ਹੀ ਟਾਈਮ ਸਾਡੇ ਕੋਲ ਹੁੰਦਾ ਜਿਸ ਟਾਈਮ ਉਹ ਗਾਰਬੇਜ ਵਗੈਰਾ ਬਾਹਰ ਸਿੱਟਣ ਆਉਂਦੇ ਨੇ, ਉਸ ਟਾਈਮ ਫਿਰ ਅਸੀਂ ਜੋ ਹੈ ਸਾਡੀ ਜਿਹੜੀ ਟੀਮ ਹੈ ਉਹ ਇੱਕ ਪਰਟੀਕੂਲਰ ਪੁਆਇੰਟ ਤੱਕ ਅੱਗੇ ਅੱਗੇ ਚੱਲਦੀ ਹੈ ਔਰ ਉਹਨੂੰ ਅਸੀਂ ਮਤਲਬ ਫੋਲੋ ਅਪ ਕਰਵਾਉਂਦੇ ਕਿ ਸਾਡੇ ਪਿੱਛੇ ਪਿੱਛੇ ਆ ਜਾ। ਔਰ ਇੱਕ ਟਾਈਮ ਜੋ ਇੱਕ ਪਰਟੀਕੂਲਰ ਲੋਕੇਸ਼ਨ ਜਿੱਥੇ ਗੱਡੀ ਖੜੀ ਹੈ, ਉਹ ਫਿਰ ਗੱਡੀ ਤੇ ਅਸੀਂ ਉਹਨੂੰ ਪਿਕਅਪ ਕਰਕੇ ਜਾਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ, ਜਾਂ ਇੱਕ ਦੋ ਪੰਜਾਬੀ ਫੈਮਿਲੀਜ਼ ਨੇ ਜਿਹੜੀਆਂ ਕਿ ਹਮੇਸ਼ਾ ਇਸ ਮਾਮਲੇ ਸਾਡੀ ਹੈਲਪ ਕਰਦੀਆਂ ਨੇ। ਔਰ ਉਸ ਤੋਂ ਬਾਅਦ ਅਗਰ ਟਾਈਮ ਬੇ ਟਾਈਮ ਹੋ ਗਿਆ ਤੇ ਅਗਲੇ ਦਿਨ ਸਵੇਰੇ ਫਸਟ ਥਿੰਗ ਇਨ ਦਾ ਮਾਰਨਿੰਗ ਜਿਹੜੀ ਹੈ ਉਹ ਅਸੀਂ ਇੰਡੀਅਨ ਐਮਬੈਸੀ ਦੇ ਅੰਦਰ ਉਹਦੇ ਪੈਰ ਪਵਾ ਦਿੰਦੇ। ਇੱਕ ਵਾਰ ਇੰਡੀਅਨ ਐਮਬੈਸੀ ਦੇ ਅੰਦਰ ਕਿਸੇ ਕੁੜੀ ਦਾ ਪੈਰ ਪੈ ਗਿਆ, ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਉਸ ਨੂੰ ਬਾਹਰ ਕੱਢ ਸਕੇ। ਉਹ ਫਿਰ ਆਏਗੀ, ਅਗਰ ਉਹਦਾ ਪਾਸਪੋਰਟ ਨਹੀਂ ਵੀ ਹੈ ਤੇ ਉਹ ਵਾਈਟ ਪਾਸਪੋਰਟ, ਆਪਾਤਕਾਲੀਨ ਪਾਸਪੋਰਟ ਬਣਾ ਕੇ ਔਰ ਉਹਦੀ ਟਿਕਟ ਲੈ ਕੇ ਤੇ ਉਹਨੂੰ ਭੇਜਣਗੇ। ਅਗਰ ਟਿਕਟ ਕਈ ਕੇਸਿਸ ਦੇ ਵਿੱਚ ਜੋ ਹੈ ਉਹ ਨਹੀਂ ਦਿੰਦੇ ਤੇ ਉਹ ਟਿਕਟ ਫਿਰ ਅਸੀਂ ਆਪਣੇ ਗਰੁੱਪ ਦੀ ਤਰਫੋਂ ਲੈ ਕੇ ਕੁੜੀਆਂ ਨੂੰ ਭੇਜਦੇ ਹਾਂ। ਔਰ ਬੇਸ਼ੁਮਾਰ ਕੁੜੀਆਂ ਅਸੀਂ ਇਸ ਤਰ੍ਹਾਂ ਭੇਜੀਆਂ ਨੇ। ਬਾਕੀ ਮੈਂ ਇੱਕ ਲਾਸਟ ਤੇ ਸਾਡੀ ਪੰਜਾਬ ਦੀਆਂ ਭੈਣਾਂ ਨੂੰ ਮਤਲਬ ਕਿ ਇੱਕ ਬੇਨਤੀ ਕਰਦੀ ਹਾਂ ਕਿ ਮਤਲਬ ਕਿ ਜੋ ਵੀ ਇੱਧਰ ਕੁੜੀਆਂ ਜੌਬ ਲਈ ਆਉਂਦੀਆਂ ਨੇ ਉਹ ਪਹਿਲਾਂ ਜੌਬ ਕਲੀਅਰ ਕਰਕੇ ਫਿਰ ਇੱਥੇ ਆਉਣ ਅਤੇ ਟੂਰਿਸਟ ਵੀਜ਼ੇ ਤੇ ਨਾ ਆਉਣ। ਤੇ ਮੇਰੀ ਫਿਰ ਇੱਕ ਲਾਸਟ ਤੋਂ ਇੱਕ ਇਹੀ ਬੇਨਤੀ ਆ ਹਰਨੇਕ ਸਿੰਘ ਰੰਧਾਵਾ ਦੀ ਟੀਮ ਨੂੰ ਕਿ ਸਾਨੂੰ ਜਲਦ ਤੋਂ ਜਲਦ ਸਾਡਾ ਹੱਕ ਹੈ ਜੋ ਦਿਵਾਇਆ ਜਾਵੇ ਤੇ ਸਾਨੂੰ ਇੰਡੀਆ ਵਾਪਸ ਭੇਜਿਆ ਜਾਵੇ। ਅੱਛਾ, ਜਿਹੜੀ ਹੁਣ ਤੁਸੀਂ ਇਹ ਜ਼ਿਕਰ ਕੀਤਾ ਹੈ ਕਿ ਰੈਸਕਿਊ ਤੁਸੀਂ ਕਰ ਲਿਆ, ਸਫਲ ਤੁਸੀਂ ਹੋ ਗਏ, ਕਿਸੇ ਪਰਿਵਾਰ ਕਿਸੇ ਗੁਰਦੁਆਰਾ ਸਾਹਿਬ ਤੱਕ ਲਿਆਉਣ ਵਿੱਚ ਜਾਂ ਅੰਬੈਸੀ ਪਹੁੰਚਾਉਣ ਤੱਕ ਤੁਸੀਂ ਕਾਮਯਾਬੀ ਹਾਸਲ ਕਰ ਲਈ, ਪੈਸੇ ਨਹੀਂ ਪੈਸਾ ਧੇਲਾ ਵੀ ਤੁਸੀਂ ਕੋਲੋਂ ਲਾ ਦਿੰਦੇ ਹੋ, ਪਾਸਪੋਰਟ ਵੀ ਬਣਵਾ ਦਿੰਦੇ ਹੋ, ਪਰ ਇਹ ਦੱਸਿਓ ਕਿ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਇੰਡੀਅਨ ਅੰਬੈਸੀਜ਼ ਨੇ ਉਹ ਕਿੰਨਾ ਕੁ ਸਹਿਯੋਗ ਦਿੰਦੀਆਂ ਨੇ? ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਉਹ ਸਹਿਯੋਗ ਦਿੰਦੀਆਂ ਨੇ ਜਾਂ ਨਹੀਂ। ਬੈਨੀਪਾਲ ਸਾਹਿਬ, ਅਸੀਂ ਜੋ ਸਾਡਾ ਪਰਸਨਲੀ ਜੋ ਮੈਂ ਐਕਸਪੀਰੀਅੰਸ ਕੀਤਾ ਹੈ, ਅੰਬੈਸੀਜ਼ ਜਦੋਂ ਦਾ ਅਸੀਂ ਟਵਿੱਟਰ ਤੇ ਕੈਂਪੇਨ ਚਲਾਉਣਾ ਸ਼ੁਰੂ ਕੀਤਾ ਹੈ ਉਦੋਂ ਦਾ ਉਹਨਾਂ ਦਾ ਬਹੁਤ ਕੁਇਕ ਰਿਸਪੌਂਸ ਹੈ। ਜਸਟ ਫॉर ਐਨ ਐਗਜ਼ਾਮਪਲ, ਅੱਜ ਤੋਂ 3 ਦਿਨ ਪਹਿਲਾਂ ਇੱਕ ਵੀਰ ਦੀ ਵੀਡੀਓ ਆਈ ਸੀ ਮੇਰੇ ਕੋਲ, ਜਿਹੜਾ ਕਿ ਰਿਆਦ ਇੱਕ ਸ਼ਹਿਰ ਪੈਂਦਾ, ਉਸ ਤੋਂ ਅੰਦਰ ਜਾ ਕੇ ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ, ਸਾਊਦੀ ਅਰਬ ਦੇ ਵਿੱਚ ਰਫਾ ਸ਼ਹਿਰ ਪੈਂਦਾ। ਰਫਾ ਸ਼ਹਿਰ ਦੇ ਮਤਲਬ ਡੈਜ਼ਰਟ ਦੇ ਅੰਦਰ ਅੰਦਰੂਨੀ ਏਰੀਆ ਦੇ ਵਿੱਚ ਉਹ ਮੁੰਡਾ ਸੀਗਾ। ਉਹਦੇ ਨਾਲ ਡੇਲੀ ਮਾਰਕੁੱਟ ਹੁੰਦੀ ਸੀ। ਉਹਦਾ ਫੋਰਮੈਨ ਉਹਨੂੰ ਕੁੱਟਦਾ ਸੀ, ਉਹਦਾ ਮਾਲਕ ਜਿਹਨੂੰ ਅਸੀਂ ਕਫੀਲ ਕਹਿੰਦੇ ਹਾਂ ਅਰਬੀ ਦੇ ਵਿੱਚ, ਉਹ ਉਹਨੂੰ ਮਾਰਕੁੱਟ ਕਰਦਾ ਸੀਗਾ। ਉਹਨੂੰ ਇੱਥੋਂ ਕੁੱਕ ਦੇ ਵੀਜ਼ੇ ਤੇ ਬੁਲਾਇਆ ਗਿਆ ਸੀਗਾ ਤੇ ਉਹਦੇ ਕੋਲੋਂ ਧੱਕੇ ਨਾਲ ਟਰੱਕ ਚਲਵਾਇਆ ਜਾ ਰਿਹਾ ਸੀਗਾ। ਹੁਣ ਤੱਕ ਜੋ ਅਸੀਂ 2 ਵੱਡੇ ਕੈਂਪੇਨ ਜੋ ਚਲਾ ਰਹੇ ਹਾਂ ਉਹਦੇ ਵਿੱਚ ਇੱਕ ਮਲੇਰਕੋਟਲੇ ਦਾ ਮੁੰਡਾ ਹੈ ਔਰ ਇੱਕ ਮੋਗੇ ਦਾ, ਜਿਹੜੇ ਕਿ ਦੋਨੋਂ ਹੀ ਐਕਸੀਡੈਂਟ ਕੇਸ ਦੇ ਵਿੱਚ ਫਸੇ ਹੋਏ ਨੇ ਕਿ ਉਹ ਇੱਥੋਂ ਗਏ ਕਿਸੇ ਹੋਰ ਕੰਮ 'ਚ ਤੇ ਉਹਨਾਂ ਨੂੰ ਜ਼ਬਰਦਸਤੀ ਧੱਕੇ ਨਾਲ ਕਿਹਾ ਵੀ ਤੂੰ ਟਰੱਕ ਚਲਾ, ਉਹ ਟਰੱਕ ਦਾ ਐਕਸੀਡੈਂਟ ਹੋ ਗਿਆ ਔਰ ਉਹ ਪਿਛਲੇ 5 ਸਾਲ ਤੋਂ ਜੇਲ੍ਹ 'ਚ ਬੰਦ ਨੇ। ਸੋ ਇਹ ਮੁੰਡਾ ਕੁੱਕ ਦੇ ਵੀਜ਼ੇ ਤੇ ਗਿਆ ਸੀ, ਇਹਦੇ ਕੋਲ ਜ਼ਬਰਦਸਤੀ ਟਰੱਕ ਚਲਵਾਇਆ ਜਾ ਰਿਹਾ ਸੀਗਾ, ਡੇਲੀ ਮਾਰਕੁੱਟ ਹੁੰਦੀ ਸੀ। ਸੋ ਪਰਸੋਂ ਰਾਤ ਮੈਂ ਜਿਹੜੀ ਸਾਊਦੀ ਫੋਰਨ ਮਿਨਿਸਟਰੀ ਹੈ ਉਹਨੂੰ ਟਵੀਟ ਕੀਤਾ, PMO ਇੰਡੀਆ ਉਹਨੂੰ ਟਵੀਟ ਕੀਤਾ ਹੈ, ਔਰ CGI ਜੱਦਾ ਜੋ ਮਤਲਬ ਜੱਦਾ ਰਿਆਦ ਆਪਣਾ ਸਾਊਦੀ ਅਰਬ ਦੇ ਵਿੱਚ ਜੋ ਇੰਡੀਅਨ ਐਮਬੈਸੀ ਹੈ ਉਹਨੂੰ ਟਵੀਟ ਕੀਤਾ ਹੈ। ਸੋ ਟਵਿੱਟਰ ਦੀ ਜੋ ਤਾਕਤ ਹੈ ਉਹ ਅਸੀਂ ਪਿਛਲੇ ਕਾਫੀ ਲੰਬੇ ਟਾਈਮ ਤੋਂ ਦੇਖ ਰਹੇ ਹਾਂ, ਲੇਕਿਨ ਕੱਲ ਜੋ ਹੋਇਆ ਉਹ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਟ ਵਾਸ ਜਸਟ ਇਨਕ੍ਰੈਡੀਬਲ, ਮਤਲਬ ਬਿਲਕੁਲ ਜਿਹਦੇ ਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ। ਕਿਉਂਕਿ ਅਸੀਂ ਸਾਊਦੀ ਜੋ ਫੋਰਨ ਮਿਨਿਸਟਰੀ ਆ ਉਹਨੂੰ ਟੈਗ ਕੀਤਾ ਸੀਗਾ। ਸਾਊਦੀ ਫੋਰਨ ਮਿਨਿਸਟਰੀ ਨੇ ਇੰਡੀਅਨ ਜੋ ਦੂਤਾਵਾਸ ਹੈ, ਭਾਰਤੀ ਜੋ ਅੰਬੈਸੀ ਹੈ, ਉਹਦੇ ਬੰਦੇ ਨਾਲ ਕੋਆਰਡੀਨੇਸ਼ਨ ਕਰਕੇ ਇੱਕ ਪੂਰੀ ਪੁਲਿਸ ਦੀ ਟੀਮ ਭੇਜ ਕੇ ਉਸ ਵੀਰ ਨੂੰ, ਪੰਜਾਬੀ ਵੀਰ ਨੂੰ ਰਾਤ ਨੂੰ ਜਾ ਕੇ ਉੱਥੋਂ ਡੈਜ਼ਰਟ ਦੇ ਵਿੱਚ ਰੈਸਕਿਊ ਕਰਕੇ ਤੇ ਇਸ ਟਾਈਮ ਅੰਬੈਸੀ ਦੇ ਸਪੋਰਟ ਕਰ ਦਿੱਤਾ, ਜਿਹਦੀ ਕੱਲ ਪਰਸੋਂ ਫਲਾਈਟ ਹੋ ਜਾਏਗੀ। ਸੋ ਅਸੀਂ ਜਿਹੜੀਆਂ ਅੰਬੈਸੀਜ਼ ਨੇ ਉਹ ਜਦੋਂ ਤੋਂ ਅਸੀਂ ਟਵਿੱਟਰ ਤੇ ਰਾਹੀਂ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ, ਪਹਿਲਾਂ ਅਸੀਂ ਫੋਨ ਤੇ ਜਾਂ SMS ਜਾਂ ਈਮੇਲ ਕਰਦੇ ਸੀ, ਉਦੋਂ ਉਸ ਚੀਜ਼ ਦਾ ਪ੍ਰੋਪਰ ਜਵਾਬ ਨਹੀਂ ਸੀ ਆਉਂਦਾ। ਲੇਕਿਨ ਜਦੋਂ ਤੋਂ ਅਸੀਂ ਟਵਿੱਟਰ ਦੇ ਉੱਪਰ ਕੈਂਪੇਨ ਕਰਨਾ ਸ਼ੁਰੂ ਕੀਤਾ, ਕਿਉਂਕਿ ਸਾਡੇ ਮੇਰੇ ਜੋ ਟਵਿੱਟਰ ਫੋਲੋਅਰਸ ਨੇ ਅਸੀਂ ਸਾਰੇ ਫਿਰ ਇਕੱਠਾ ਹੋ ਕੇ ਕੈਂਪੇਨ ਚਲਾਉਂਦੇ ਹਾਂ ਵੀ ਇਹ ਮੁੰਡੇ ਨੇ ਇੰਨਾ ਕਹਿ ਦਿੱਤਾ ਕਿ ਮੈਂ ਸੁਸਾਈਡ ਕਰ ਲੈਣਾ, ਮੈਨੂੰ ਡੇਲੀ ਮਾਰਕੁੱਟ ਹੁੰਦੀ ਹੈ, ਮੈਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ, ਮੈਂ ਰਹਿ ਰਿਹਾ, ਦੇਖੋ ਕੈਸੇ ਮੇਰੇ ਹਾਲਾਤ ਨੇ। ਮਤਲਬ ਅੱਜ ਤੋਂ ਤੁਸੀਂ ਐ ਸਮਝ ਲਓ ਕਿ 30-40 ਸਾਲ ਪਹਿਲੇ ਦੀਆਂ ਰਿਹਾਇਸ਼ਾਂ ਦੇ ਵਿੱਚ ਉਹ ਰਹਿ ਰਿਹਾ ਬੰਦਾ, ਅੱਜ ਤੋਂ 30-40 ਸਾਲ ਪੁਰਾਣਾ ਟਰੱਕ ਚਲਾ ਰਿਹਾ ਤੇ ਉਹਦੀ ਕਿਹੋ ਜਿਹੀ ਕੰਡੀਸ਼ਨ ਹੋਏਗੀ ਜਿਹਦੇ ਨਾਲ ਡੇਲੀ ਮਾਰਕੁੱਟ ਵੀ ਹੁੰਦੀ ਹੋਵੇ। ਸੋ ਉਸ ਕੰਡੀਸ਼ਨ ਦੇ ਵਿੱਚ ਜਦੋਂ ਅਸੀਂ ਟਵਿੱਟਰ ਕੈਂਪੇਨ ਚਲਾਉਂਦੇ ਹਾਂ, ਟਵਿੱਟਰ ਦਾ ਰਿਜ਼ਲਟ ਜਿਹੜਾ ਹੈ ਉਹ ਬਹੁਤ ਫਾਸਟ ਹੈ। ਜਿਸ ਤਰ੍ਹਾਂ ਕਿ ਅਗਰ ਇਹ ਜਿਹੜਾ ਤੁਹਾਨੂੰ ਮੈਂ ਆਪਣਾ ਦੱਸਿਆ ਐਗਜ਼ਾਮਪਲ ਦਿੱਤਾ, ਅਗਰ ਇਹ ਅਸੀਂ ਵੈਸੇ ਆਰਥੋਡਾਕਸ ਟਾਈਪ ਨਾਲ ਕਰਦੇ, ਅਗਰ ਈਮੇਲ ਖੇਡਦੇ ਰਹਿੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਅਗਲੇ 3 ਮਹੀਨੇ ਤੱਕ ਵੀ ਕੋਈ ਐਕਸ਼ਨ ਹੋਣਾ ਸੀ। ਟਵਿੱਟਰ ਤੇ ਅਸੀਂ PMO ਨੂੰ ਟੈਗ ਕੀਤਾ, ਫੋਰਨ ਮਿਨਿਸਟਰੀ ਸਾਊਦੀ ਨੂੰ ਟੈਗ ਕੀਤਾ ਔਰ ਇੰਡੀਅਨ ਐਮਬੈਸੀ ਨੂੰ ਟੈਗ ਕੀਤਾ। ਵਿਦਿਨ 2 ਡੇਜ਼ ਮੁੰਡੇ ਦਾ ਰੈਸਕਿਊ ਹੋ ਗਿਆ ਔਰ ਅੱਜ ਬਿਲਕੁਲ ਉਹ ਸੇਫ ਹੱਥ ਦੇ ਵਿੱਚ ਹੈ। ਇਸ ਕਰਕੇ ਟਵਿੱਟਰ ਦੀ ਜੋ ਟੈਕਨੋਲੋਜੀ ਹੈ ਨਾ, ਅਸੀਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ
ਕਈ ਕੋੜੇ ਸੱਚ ਜਿਹੜੇ ਨੇ ਉਹ ਦੱਸਣੇ ਜ਼ਰੂਰੀ ਨੇ। ਜੀ। ਤੁਸੀਂ ਵੀ ਦੇਖੋ ਕੈਨੇਡਾ 'ਚ ਰਹਿੰਦੇ ਹੋ, ਇਹ ਨਹੀਂ ਕਿ ਸਾਰੇ ਡਰਾਈਵਰ ਇੱਕ ਜਿਹੇ ਹੁੰਦੇ, ਮੈਂ ਵੀ ਖੁਦ ਵੀ ਟਰੱਕ ਡਰਾਈਵਰ ਹਾਂ, ਲੇਕਿਨ ਕਹਾਣੀ ਇਹ ਹੈ ਕਿ ਅਸੀਂ 5-5 6-6 ਬੰਦੇ ਜਿਹੜੇ ਉਹ ਆਪਣਾ ਕੀ ਕਹਿੰਦੇ ਨੇ ਇੱਕ ਦੂਜੇ ਨਾਲ ਕਾਲ ਜੋੜ ਕੇ ਅਸੀਂ 5-5 6-6 7-7 ਘੰਟੇ ਜਬਲੀਆਂ ਮਾਰਦੇ ਹਾਂ, ਲੇਕਿਨ ਅਸੀਂ ਕਿਸੇ ਦੀ ਮਦਦ ਨਹੀਂ ਕਰਦੇ। ਅਸੀਂ ਹੋਰ ਬੇਫਜ਼ੂਲ ਵਿਸ਼ਿਆਂ ਦੇ ਉੱਪਰ, ਤੁਸੀਂ ਇੱਥੋਂ ਸਰੀ ਤੋਂ ਟਰੱਕ ਲੈ ਕੇ ਚਾਹੇ ਕੈਲੀਫੋਰਨੀਆ ਤੱਕ ਜਬਲੀਆਂ ਮਰਵਾ ਲਓ, ਉਹ ਮਾਰਨ ਵਾਸਤੇ ਅਸੀਂ ਤਿਆਰ ਹਾਂ। ਲੇਕਿਨ ਤੁਹਾਨੂੰ ਕੋਈ ਕਵੇ ਕਿ ਵੀਰੇ ਤੂੰ ਸੌਦੀ ਤੂੰ ਕਿੱਦਾਂ ਆਇਆ ਸੀਗਾ, ਜਾਂ ਮੈਂ ਯਾਰ ਆਉਣਾ, ਤੂੰ ਮੈਨੂੰ ਥੋੜਾ ਹੈਲਪ ਕਰ ਦੇ, ਮੈਨੂੰ ਗਾਈਡ ਕਰ ਦੇ, ਉਹਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ। ਲੇਕਿਨ ਟਾਈਮ ਜਿਹੜਾ ਹਰ ਬੰਦੇ ਕੋਲ ਹੈਗਾ। ਕਿ ਅਗਰ ਕੋਈ ਕਹਿੰਦਾ ਕੈਨੇਡਾ 'ਚ ਮੈਂ ਔਰ ਮੇਰੇ ਕੋਲ ਟਾਈਮ ਨਹੀਂ ਹੈ, ਤੇ ਇਹ ਬਿਲਕੁਲ ਗਲਤ ਗੱਲ ਹੈ। ਡਰਾਈਵਰ ਬੰਦੇ ਕੋਲ ਜਿੰਨਾ ਟਾਈਮ ਹੁੰਦਾ ਇੰਨਾ ਪੂਰੇ ਕੈਨੇਡਾ 'ਚ ਕਿਸੇ ਹੋਰ ਬੰਦੇ ਕੋਲ ਨਹੀਂ ਹੁੰਦਾ। ਗੱਲ ਸਿਰਫ ਮਨਸ਼ਾ ਦੀ ਹੈ, ਔਰ ਅਗਰ ਤੁਹਾਡੀ ਮਨਸ਼ਾ ਹੈਗੀ ਹੈ ਕਿਸੇ ਦੀ ਮਦਦ ਕਰਨ ਦੀ, ਤੇ ਅਸੀਂ ਬੇਸ਼ੁਮਾਰ ਮੁੰਡੇ ਧੀਆਂ ਭੈਣਾਂ ਨੂੰ ਬਚਾ ਰਹੇ ਹਾਂ, ਬਚਾਉਂਦੇ ਰਹੇ ਹਾਂ ਪਹਿਲਾਂ ਵੀ, ਔਰ ਹੁਣ ਵੀ ਜੋ ਹੈ ਇਸ ਟਾਈਮ ਪ੍ਰੋਸੈਸ ਦੇ ਵਿੱਚ ਨੇ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਦੀ ਕਿਸ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਹੋ, ਲੇਕਿਨ ਇਹ ਪੋਸੀਬਲ ਹੈ। ਔਰ ਟੈਕਨੋਲੋਜੀ ਦਾ ਜੋ ਐਡਵਾਂਟੇਜ ਹੈ, ਜੋ ਟਵਿੱਟਰ ਦਾ ਐਡਵਾਂਟੇਜ ਹੈ, ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ 2-2, 3-3 ਘੰਟੇ ਦੇ ਵਿੱਚ ਐਕਸ਼ਨ ਹੁੰਦੇ ਦੇਖੀਏ। ਸੋਸ਼ਲ ਮੀਡੀਆ ਦੀ ਤਾਕਤ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਇਹ ਹਥਿਆਰ ਇੰਨਾ ਕੁ ਵੱਡਾ ਤੇ ਇੰਨਾ ਕੁ ਪਾਵਰਫੁੱਲ ਹੈ, ਸਾਨੂੰ ਹਲੇ ਦੀ ਸਮਝ ਨਹੀਂ ਆਈ। ਜੇ ਸਾਨੂੰ ਸਮਝ ਨਹੀਂ ਆਈ ਅਸੀਂ ਸੱਜੇ ਤਰੀਕੇ ਨਾਲ ਵਰਤੋਂ ਕਿਵੇਂ ਕਰੀਏ। ਇਹ ਵਰਤੋਂ ਕਰਕੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਕੰਮ ਹੋ ਸਕਦਾ ਕਿ 3 ਮਹੀਨਿਆਂ 'ਚ ਨਾ ਹੁੰਦਾ, ਟਵਿੱਟਰ ਦੇ ਜ਼ਰੀਏ ਤੁਸੀਂ 3-3 ਘੰਟਿਆਂ ਦੇ ਵਿੱਚ ਰੈਸਕਿਊ ਆਪਰੇਸ਼ਨ ਸਫਲਤਾਪੂਰਵਕ ਨੇਪਰੇ ਚਾੜ ਲਏ ਹੈ। ਇਸ ਗੱਲ ਦੀ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਹੈ ਕਿ ਤੁਸੀਂ ਆਪਣਾ ਕੰਮ ਵੀ ਕਰਦੇ ਹੋ ਤੇ ਨਾਲ ਆ ਲੋਕ ਭਲਾਈ ਵੀ ਕਰ ਰਹੇ ਹੋ। ਧੀਆਂ ਭੈਣਾਂ ਨੂੰ ਵਾਪਸ ਲਿਆ ਰਹੇ ਹੋ, ਨੌਜਵਾਨ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆ ਰਹੇ ਹੋ। ਹੋ ਸਕਦਾ ਹੈ ਕਈ ਵਾਰੀ ਹੋ ਸਕਦਾ ਉਹਨਾਂ ਦੀ ਫਿਰ ਮੌਤ ਦੀ ਖਬਰ ਵੀ ਨਾ ਆਉਂਦੀ, ਪਤਾ ਹੀ ਨਹੀਂ ਕਿਹਦੇ ਕੋਲ ਨੇ, ਕਿੱਥੇ ਨੇ, ਕਿਹਨੂੰ ਵੇਚ ਦਿੱਤੇ, ਕਿੰਨੇ 'ਚ ਸੌਦਾ ਕਰ ਦਿੱਤਾ, ਕਿਹੜੇ ਕੰਮ ਕਰਕੇ ਸੌਦਾ ਕਰ ਦਿੱਤਾ। ਅੱਛਾ, ਦਰਦਨਾਕ ਦਾਸਤਾਨ ਕੋਈ ਦਰਸ਼ਕਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਜਿਹਦੇ ਤੋਂ ਬਾਅਦ ਜਿਹੜਾ ਬੰਦਾ ਜਾਣ ਬਾਰੇ ਸੋਚ ਰਿਹਾ ਉਹ ਇੱਕ ਨਹੀਂ 1000 ਵਾਰ ਸੋਚੇ ਕਿ ਜਾਣਾ ਮੈਂ ਹੈ, ਪਰ ਜਾਣ ਤੋਂ ਪਹਿਲਾਂ ਮੈਨੂੰ ਆਹ ਗੱਲਾਂ ਜ਼ਰੂਰ ਧਿਆਨ 'ਚ ਰੱਖਣੀਆਂ ਪੈਣਗੀਆਂ। ਧੀ ਭੈਣ ਨੂੰ ਭੇਜਣ ਤੋਂ ਪਹਿਲਾਂ ਇਹ ਗੱਲਾਂ ਦਾ ਉਚੇਚੇ ਤੌਰ 'ਤੇ ਖਿਆਲ ਰੱਖਣਾ ਪਊ। ਕੋਈ ਇਸ ਤਰ੍ਹਾਂ ਦੀ ਦਰਦਨਾਕ ਦਾਸਤਾਨ ਸਾਂਝੀ ਕੀਤੀ ਜਾ ਸਕਦੀ ਹੈ? ਬੈਨੀਪਾਲ ਸਾਹਿਬ, ਸੱਚੀ ਗੱਲ ਪੁੱਛੋ ਤੇ ਜਿੰਨੀਆਂ ਵੀ ਅੱਜ ਤੱਕ ਅਸੀਂ ਧੀਆਂ ਭੈਣਾਂ ਕੱਢੀਆਂ, ਹਰ ਇੱਕ ਜਿਹੜੀ ਦਾਸਤਾਨ ਉਹ ਇੱਕ ਤੋਂ ਵੱਧ ਕੇ ਇੱਕ ਹੈ। ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਪਹਿਲੇ ਵਾਲੀ ਸੁਣਾਈਏ ਕਿ ਜਿਹੜੀ 135ਵੀਂ ਹੈ ਉਹ ਸੁਣਾਈਏ। ਹਰ ਇੱਕ ਨਾਲ ਤਸੱਦਦ ਹੋਇਆ। ਜਿਹੜੀਆਂ ਵੀ ਧੀਆਂ ਭੈਣਾਂ ਉੱਥੋਂ ਅਸੀਂ ਕਢਾਈਆਂ ਨੇ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹੀ ਹੋਏਗੀ ਜਿਹਦੇ ਨਾਲ ਮਾਰਕੁੱਟ ਨਾ ਹੋਈ ਹੋਵੇ, ਜਿਹਦਾ ਮਾਨਸਿਕ ਔਰ ਸਰੀਰਕ ਜੋ ਹੈ ਤਸ਼ੱਦਦ ਜਿਹਦੇ ਨਾਲ ਨਾ ਹੋਇਆ ਹੋਵੇ। ਲੇਕਿਨ ਇੱਕ ਮੈਂ ਕੁਝ ਦਿਨ ਪਹਿਲਾਂ ਵੀ ਆਪਣਾ ਹਰਪ੍ਰੀਤ ਸਿੰਘ ਮੱਖੋ ਭਾਈ ਸਾਹਿਬ ਨਾਲ ਉਹਨਾਂ ਦੇ ਚੈਨਲ ਤੇ ਮੈਂ ਇੱਕ ਕਿੱਸਾ ਸ਼ੇਅਰ ਕੀਤਾ ਸੀਗਾ ਕਿ ਇੱਕ ਲੜਕੀ ਜਿਹਨੂੰ ਕਿ ਇੱਥੋਂ ਇਹ ਕਹਿ ਕੇ ਲਿਜਾਇਆ ਗਿਆ ਕਿ ਤੈਨੂੰ ਅਸੀਂ ਲੈ ਕੇ ਜਾਵਾਂਗੇ ਸਿੰਗਾਪੁਰ, ਔਰ ਉਹਨੂੰ ਸਾਊਦੀ ਅਰਬ ਪਹੁੰਚਾ ਦਿੱਤਾ। ਸਾਊਦੀ ਅਰਬ ਉਹ ਜਿਸ ਪਰਿਵਾਰ ਤੱਕ ਵਿਕਦੀ ਵਿਕਾਉਂਦੀ ਪਹੁੰਚੀ, ਉਸ ਪਰਿਵਾਰ ਦਾ ਜੋ ਸਭ ਤੋਂ ਵੱਡਾ ਜੀ ਸੀਗਾ, ਮੰਨ ਲਓ ਕਿ ਜਿੱਦਾਂ ਪਰਿਵਾਰ 'ਚ ਦਾਦਾ ਹੁੰਦਾ, ਮਤਲਬ ਜਿਹੜਾ ਬਜ਼ੁਰਗ ਹੈ, ਉਹ ਬਜ਼ੁਰਗ ਨੇ ਵੀ ਉਸ ਕੁੜੀ ਨਾਲ ਰੇਪ ਕੀਤਾ। ਉਸ ਤੋਂ ਬਾਅਦ ਉਹ ਬਜ਼ੁਰਗ ਦਾ ਬੇਟਾ, ਉਹਨੇ ਵੀ ਉਹਦੇ ਨਾਲ ਰੇਪ ਕੀਤਾ। ਉਸ ਤੋਂ ਬਾਅਦ ਉਸ ਬੇਟੇ ਮਤਲਬ ਉਹ ਬਜ਼ੁਰਗ ਦਾ ਪੋਤਰਾ, ਔਰ ਪੋਤਰੇ ਦੀ ਗੱਲ ਛੱਡੋ, ਉਸ ਤੋਂ ਬਾਅਦ ਉਹ ਜੁੰਮੇ ਨੂੰ ਆਪਣੀ ਕਲਾਸਰੂਮ ਦੇ ਵਿੱਚੋਂ ਮੁੰਡੇ ਹੋਰ ਲੈ ਕੇ ਆਉਂਦਾ ਸੀਗਾ। ਸੋ ਕਹਿਣ ਦਾ ਮਤਲਬ, ਜਿਸ ਦਿਨ ਅਸੀਂ ਉਸ ਕੁੜੀ ਨੂੰ ਰਾਤ ਨੂੰ 3 ਵਜੇ ਰੈਸਕਿਊ ਕੀਤਾ, ਮੇਰੇ ਕੋਲ ਉਸ ਟਾਈਮ ਦੀ ਵੀਡੀਓ ਹੈਗੀ ਹੈ ਜਦੋਂ ਅਸੀਂ ਰੈਸਕਿਊ ਕੀਤਾ ਰਾਤ ਨੂੰ ਉਹਨਾਂ ਨੂੰ, ਉਸ ਲੜਕੀ ਨੂੰ ਅਸੀਂ 600-700 ਮੀਲ ਜੋ ਹੈ ਉਹ ਕੰਬਲਾਂ ਦੇ ਵਿੱਚ ਲਪੇਟ ਕੇ ਲੈ ਕੇ ਆਏ ਹਾਂ। ਜਿਨ੍ਹਾਂ ਮੁਲਕਾਂ ਦੇ ਵਿੱਚ ਕਿਸੇ ਲੜਕੀ ਦਾ ਨਖੂਨ ਦੇਖਣਾ ਤੁਸੀਂ ਮਤਲਬ ਬੜੀ ਵੱਡੀ ਚੀਜ਼ ਸਮਝਦੇ ਹੋ, ਉਹਨਾਂ ਮੁਲਕਾਂ ਦੇ ਵਿੱਚੋਂ ਕਿਸੇ ਪੂਰੀ ਸਾਬਤ ਔਰਤ ਨੂੰ, ਕਿਸੇ ਲੇਡੀਜ਼ ਨੂੰ ਰੈਸਕਿਊ ਕਰਨਾ ਇੰਝ ਸਮਝ ਲਓ ਕਿ ਮਤਲਬ ਸ਼ੇਰ ਦੇ ਜਬਾੜੇ 'ਚ ਹੱਥ ਪਾਉਣ ਦੇ ਬਰਾਬਰ ਹੈ। ਅਗਰ ਤੁਸੀਂ ਪਕੜੇ ਜਾਓ ਤਾਂ ਤੁਹਾਡੀ ਕੀ ਸਿਚੁਏਸ਼ਨ ਹੋਵੇ ਤੁਸੀਂ ਸੋਚ ਵੀ ਨਹੀਂ ਸਕਦੇ। ਸੋ ਉਹੋ ਜਿਹੇ ਹਾਲਾਤਾਂ ਦੇ ਵਿੱਚੋਂ ਅਸੀਂ ਧੀਆਂ ਭੈਣਾਂ ਕੱਢੀਆਂ ਨੇ, ਜਿਨ੍ਹਾਂ ਨਾਲ ਮਤਲਬ ਤੁਸੀਂ ਐਂ ਸਮਝ ਲਓ ਕਿ ਦੇ ਵਰ ਦਾ ਵਿਕਟਮ ਆਫ ਰਿਪੀਟਿਡ ਰੇਪ, ਹੈ ਨਾ, ਜਿਨ੍ਹਾਂ ਨਾਲ ਮਤਲਬ ਸਾਰਾ ਦਿਨ ਮਤਲਬ ਜੇ ਤੁਸੀਂ ਅਨਕਾਊਂਟੇਬਲ ਟਾਈਮ ਤੁਸੀਂ ਕਹਿ ਸਕਦੇ ਹੋ। ਇਹੋ ਜਿਹੇ ਕੇਸਿਸ ਬਹੁਤ ਨੇ, ਬਹੁਤ ਇਹੋ ਜਿਹੇ ਕੇਸਿਸ ਨੇ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ 1-2 ਵਾਰ ਦੌੜਨ ਦੀ ਵੀ ਕੋਸ਼ਿਸ਼ ਕੀਤੀ, ਉਹਦੇ ਬਾਅਦ ਉਹਨਾਂ ਦਾ ਖੋਹ ਲਿਆ ਉਹਨਾਂ ਕੋਲ ਸਾਰਾ ਕੁਝ, ਫਿਰ ਮਾਰਨਾ ਕੁੱਟਣਾ ਔਰ ਸਿਗਰਟ ਨਾਲ ਜਲਾਣਾ, ਇਹਨਾਂ ਦਾ ਬਿਲਕੁਲ ਇੱਦਾਂ ਹੈ ਕਿ ਜਿੱਦਾਂ ਮਤਲਬ ਰੂਟੀਨ ਵਰਕ ਹੈ। ਇਹਦੀਆਂ ਬੇਸ਼ੁਮਾਰ ਵੀਡੀਓਜ਼ ਜਿਹੜੀਆਂ ਨੇ YouTube ਤੇ ਹੈਗੀਆਂ ਨੇ। ਇਕੱਲੇ ਸਾਡੇ ਇੰਡੀਅਨ ਨਾਲ ਨਹੀਂ, ਉੱਥੇ ਸਭ ਤੋਂ ਜਿਹੜੀ ਜ਼ਿਆਦਾ ਲਾਰਜੈਸਟ ਹਾਊਸਮੇਟਸ ਦੀ ਜੋ ਕਮਿਊਨਿਟੀ ਹੈ ਉਹ ਇੰਡੋਨੇਸ਼ੀਅਨ ਨੇ ਔਰ ਫਿਲੀਪੀਨੋ ਹੈਗੀਆਂ ਨੇ। ਸੋ ਉਹਨਾਂ ਨਾਲ ਵੀ ਜੋ ਜ਼ਹਿਨੀ ਤੇ ਮਾਨਸਿਕ ਤਸ਼ੱਦਦ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ। ਲੇਕਿਨ 2 ਜਿਹੜੇ ਕੇਸ ਨੇ ਉਹਨਾਂ ਦੇ ਵਿੱਚੋਂ ਪਹਿਲਾ ਕੇਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਭੈਣ ਸੀਗੀ ਜਿਹੜੀ ਕਿ ਆਪਣਾ ਅਸੀਂ ਸਾਊਦੀ ਅਰਬ ਤੋਂ ਕਰੀਬ 600-700 ਮੀਲ ਰੈਸਕਿਊ ਕਰਕੇ ਲੈ ਕੇ ਆਏ।
ਉਹ ਉਸਦਾ ਕੇਸ ਸਭ ਤੋਂ ਵਰਸ ਸੀਗਾ ਕਿਉਂਕਿ ਸ਼ੀ ਵਾਸ ਅ ਵਿਕਟਮ ਆਫ ਰਿਪੀਟਿਡ ਰੇਪ। ਔਰ ਇੱਕ ਹੋਰ ਅਸੀਂ ਇੱਕ ਦੂਸਰੇ ਕੰਟਰੀ ਤੋਂ ਮਾਤਾ ਜੀ ਨੂੰ ਕੱਢਿਆ ਸੀਗਾ, ਉਹਨਾਂ ਦੀ ਵੀ ਉਮਰ ਕੋਈ 50-52 ਸਾਲ ਸੀਗੀ। ਉਹਨਾਂ ਨੂੰ ਉਮਰ ਤੋਂ ਕੋਈ ਮਤਲਬ ਨਹੀਂ, ਉਹਨਾਂ ਦੇ ਹਸਬੈਂਡ ਐਕਸਪਾਇਰ ਹੋ ਗਏ, ਉਹਨਾਂ ਤੋਂ ਕੋਈ ਮਤਲਬ ਨਹੀਂ। ਉਹਨਾਂ ਨੇ ਕਿਹਾ ਕਿ ਦੇਖੋ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਨੇ, ਤੁਸੀਂ ਮੈਨੂੰ ਜਾ ਲੈਣ ਦਿਓ। ਉਹ ਕਹਿੰਦੇ ਦੁਨੀਆ ਬਈ ਇੰਨੀ ਦੁਨੀਆ 'ਚ ਮੌਤ ਹੁੰਦੀ ਹੈ, ਤੇਰੇ ਘਰ ਵਾਲਾ ਮਰ ਗਿਆ ਤੇ ਅਸੀਂ ਕੀ ਕਰੀਏ। ਸੋ ਮਤਲਬ ਜਿਹਨੂੰ ਕਹਿ ਸਕਦੇ ਕਿ ਪੱਥਰ ਦਿਲ ਲੋਕ ਸਮਝ ਲਓ ਜਾਂ ਪੱਥਰ ਦਿਲ ਮੁਆਸ਼ਰਾ ਸਮਝ ਲਓ, ਉਹਨਾਂ ਨੂੰ ਤੁਹਾਡੀ ਫੀਲਿੰਗਸ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਔਰ ਇੱਕ ਤੋਂ ਇੱਕ ਅਸੀਂ ਜਿਹੜੇ ਕੇਸ ਹੈ ਉਹ ਦੇਖੇ ਨੇ ਰੀਸੈਂਟ, 2 ਪੰਜਾਬੀ ਗੁਰਸਿੱਖ ਕੁੜੀਆਂ ਨੂੰ ਉਹਨਾਂ ਦੇ ਸੱਕੇ ਮਾਮੇ ਦੀ ਕੁੜੀ ਨੇ ਉੱਥੇ ਬੁਲਾ ਕੇ ਤੇ ਇੱਕ ਪਾਕਿਸਤਾਨੀ ਏਜੰਟ ਨੂੰ ਵੇਚ ਦਿੱਤਾ ਤੇ ਉਹ ਪਾਕਿਸਤਾਨੀ ਏਜੰਟ ਰਾਤ ਨੂੰ ਉਹਨਾਂ ਨੂੰ ਲੈ ਕੇ ਤੇ ਪ੍ਰੋਸਟੀਟਿਊਸ਼ਨ ਵਾਸਤੇ ਆਪਣੇ ਕੰਮ ਤੇ ਲਗਾਉਣ ਵਾਸਤੇ ਲੈ ਗਿਆ। ਉੱਥੋਂ ਉਹ ਕੁੜੀਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਕੰਮ ਗਲਤ ਹੋ ਗਿਆ ਤੇ ਉਹ ਉੱਥੋਂ ਕੰਧਾਂ ਟੱਪ ਕੇ ਦੌੜੀਆਂ, ਇੱਕ ਦੇ ਪੈਰ ਤੇ ਵੀ ਸੱਟ ਸੁੱਟ ਲੱਗੀ। ਉਹਨਾਂ ਕੋਲ ਜਿਸ ਟਾਈਮ ਉਹ ਸਾਡੇ ਜਿਹੜੇ ਗਰੁੱਪ ਮੈਂਬਰ ਨੇ ਉਹਨਾਂ ਕੋਲ ਪਹੁੰਚੀਆਂ ਨਾ, ਉਹਨਾਂ ਕੋਲ ਮਤਲਬ ਇੱਕ ਪੈਰਾਂ 'ਚ ਜੁੱਤੀਆਂ ਵੀ ਨਹੀਂ ਸੀਗੀਆਂ। ਸੋ ਚੱਪਲਾਂ, ਕੱਪੜੇ ਲੱਤੇ, ਬੈਗ A to Z ਸਾਰਾ ਸਮਾਨ ਲੈ ਕੇ ਦਿੱਤਾ। 1 ਮਹੀਨਾ ਪੈਰਵਾਈ ਕੀਤੀ ਔਰ ਉਹ ਦੋਨੋਂ ਕੁੜੀਆਂ ਨੂੰ ਇੱਥੇ ਭੇਜਿਆ। ਜਦੋਂ ਦੁੱਖ ਦੀ ਗੱਲ ਇਹ ਹੈ ਬੈਨੀਪਾਲ ਸਾਹਿਬ ਕਿ ਕਿਸੇ ਤੇ ਇੱਕ ਤੋਂ ਇੱਕ ਨੇ ਜਿਹੜੇ ਕਿ ਮਤਲਬ ਬਿਆਨ ਹੀ ਨਹੀਂ ਕੀਤੇ ਜਾ ਸਕਦੇ, ਲੇਕਿਨ ਦੁੱਖ ਦੀ ਗੱਲ ਜੋ ਮੈਂ ਡੇਲੀ ਦੇਖਦਾ ਉਹ ਇਹ ਹੈ ਕਿ ਚੰਗੇ ਭਲੇ ਹੱਟੇ ਕੱਟੇ ਜਵਾਨ, ਉਹਨਾਂ ਦੇ ਪਿਓ, ਉਹ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਹਸਬੈਂਡ, ਉਹਨਾਂ ਦੇ ਭਰਾ ਇੰਡੀਆ ਬੈਠੇ ਨੇ ਔਰ ਉਹ ਆਪਣੀਆਂ ਧੀਆਂ ਭੈਣਾਂ ਨੂੰ ਅਰਬੀਆਂ ਦੇ ਸਾਹਮਣੇ ਸੱਟਣ ਵਾਸਤੇ ਇੱਥੋਂ ਭੇਜੀ ਜਾ ਰਹੇ ਆ। ਸੋ ਕਹਿਣ ਦਾ ਮਤਲਬ ਹੈ ਤੁਸੀਂ ਹੱਟੇ ਕੱਟੇ ਜਵਾਨ ਹੋ, ਤੁਸੀਂ ਆਪ ਕਿਉਂ ਨਹੀਂ ਜਾਂਦੇ, ਤੁਸੀਂ ਆਪਣੀਆਂ ਧੀਆਂ ਭੈਣਾਂ ਦੀ ਕਮਾਈ ਖਾਣ ਵਾਸਤੇ ਕਿਉਂ ਲੱਗ ਗਏ ਹੋ। ਸੋ ਇਹ ਜਿਹੜਾ ਇੱਕ ਦੁਖਾਂਤ ਹੈ ਸਾਡਾ। ਔਰ ਇਹਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਹੋਰ ਡਿਸਕ੍ਰਾਈਬ ਕਰਨਾ ਚਾਹਾਂਗਾ ਕਿ ਜ਼ਿਆਦਾਤਰ ਜੋ ਹੈ ਉਹ ਅਨਪੜ੍ਹ ਤਬਕਾ ਜਾ ਰਿਹਾ ਹੈ, ਖਾਸ ਕਰ ਹਾਲਾਂਕਿ ਹਰ ਸਟੇਟ ਦੇ ਵਿੱਚ ਜਿੱਦਾਂ ਤੁਸੀਂ ਕਹੋ ਕਿ ਹੁਣ ਪਟਿਆਲਾ ਹੈ ਜਾਂ ਤਰਨਤਾਰਨ ਹੈ ਜਾਂ ਹੁਸ਼ਿਆਰਪੁਰ ਹੈ ਔਰ ਰੋਪੜ ਹੈ, ਅਗਰ ਆਪਾਂ ਹਰ ਚੀਜ਼ ਦੇ ਵਿੱਚ ਇਹਨਾਂ ਦੀ ਮਤਲਬ ਕੰਪੈਰੀਜ਼ਨ ਕਰੀਏ ਤਾਂ ਕੰਪੈਰੀਜ਼ਨ ਬਹੁਤ ਦੂਰ ਦੂਰ ਦੇ ਨੇ। ਕਈ ਸਟੇਟ ਬੜੇ ਚੰਗੇ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਨੇ, ਕਈ ਬਹੁਤ ਪਿਛੜੇ ਹੋਏ ਨੇ। ਸੋ ਜਿਹੜਾ ਅੰਮ੍ਰਿਤਸਰ ਦਾ, ਤਰਨਤਾਰਨ ਦਾ, ਗੁਰਦਾਸਪੁਰ ਦਾ ਏਰੀਆ ਹੈ, ਹੁਸ਼ਿਆਰਪੁਰ ਜਿਹੜਾ ਏਰੀਆ ਹੈ, ਇਸ ਏਰੀਏ ਤੋਂ ਸਭ ਤੋਂ ਜ਼ਿਆਦਾ ਜਿਹੜੀਆਂ ਧੀਆਂ ਭੈਣਾਂ ਜਾ ਕੇ ਉੱਥੇ ਸਟਕ ਹੁੰਦੀਆਂ ਨੇ ਔਰ ਉਹਨਾਂ ਨਾਲ ਜਿੰਨਾ ਕੁ ਕਹਿ ਦਿਓ ਉਹਨਾਂ ਕੁ ਮਾੜਾ ਵਤੀਰਾ ਉੱਥੇ ਹੁੰਦਾ ਹੈ। ਇਸ ਕਰਕੇ ਅਸੀਂ ਆਮ ਤੌਰ ਤੇ ਬੇਨਤੀ ਕਰਦੇ ਰਹਿੰਦੇ ਹਾਂ, ਬੇਸ਼ੁਮਾਰ ਆਪਣੇ ਵੀਡੀਓਜ਼ ਜਿਹੜੀ ਵੀ ਕੋਈ ਧੀ ਭੈਣ ਉੱਥੋਂ ਨਿਕਲਦੀ ਆ ਉਹਨੂੰ ਕਹਿੰਦੇ ਆ ਵੀ ਬੇਸ਼ੱਕ ਤੋਂ ਆਪਣਾ ਮੂੰਹ ਸਿਰ ਢੱਕ ਲੈ, ਲੇਕਿਨ ਇੱਕ ਵਾਰ ਜਿਹੜੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਕਿ ਮੈਂ ਕਿਹੜੇ ਹਾਲਾਤਾਂ 'ਚ ਉੱਥੋਂ ਨਿਕਲ ਕੇ ਆਇਆ। ਮੇਰੇ ਕੋਲ ਬੇਸ਼ੁਮਾਰ ਆਡੀਓਜ਼ ਵੀਡੀਓਜ਼ ਪਈਆਂ ਨੇ, ਮੈਂ ਤੁਹਾਨੂੰ ਭੇਜ ਦਾਂਗਾ, ਜਿਹੜੀਆਂ ਦੇਖ ਵੀ ਨਹੀਂ ਹੁੰਦੀਆਂ ਕਿ ਜਿਹੜੇ ਉਹ ਹਾਲਾਤਾਂ 'ਚੋਂ ਨਿਕਲ ਕੇ ਆਈਆਂ। ਸੋ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਜਿਹੜੀ ਧੀ ਭੈਣ ਹੈ ਉਹ ਅਰਬ ਕੰਟਰੀ ਦੇ ਵਿੱਚ ਹਾਊਸਮੇਟ ਦੇ ਵੀਜ਼ੇ ਤੇ ਕਦੇ ਨਾ ਜਾਵੇ। ਅੱਛਾ, ਹੁਣ ਜਿਹੜੀ ਤੁਸੀਂ ਹੁਣੀ ਜ਼ਿਕਰ ਕਰ ਰਹੇ ਸੀ ਕਿ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰੀ ਫੜੀਆਂ ਜਾਂਦੀਆਂ ਨੇ, ਜੇ ਇਸ ਤਰ੍ਹਾਂ ਦਾ ਵਾਕਿਆ ਕਿਸੇ ਧੀ ਭੈਣ ਨਾਲ ਹੋ ਜਾਂਦਾ ਹੈ ਉਹਦੇ ਤਾਂ ਪਾਬੰਦੀਆਂ ਹੋਰ ਸਖਤ ਹੋ ਜਾਂਦੀਆਂ ਹੋਣਗੀਆਂ। ਕੋਈ ਇਸ ਤਰ੍ਹਾਂ ਦੀ ਧੀ ਭੈਣ ਛਡਾਉਣ ਦੇ ਵਿੱਚ ਵੀ ਫਿਰ ਦੁਬਾਰਾ ਕਾਮਯਾਬ ਹੋਏ, ਜਿਹਨੇ 1-2 ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇ, ਉਹ ਰੋਕ ਲਈ ਹੋਵੇ, ਉਹ ਡੱਕ ਲਈ ਹੋਵੇ, ਉਹ ਫੜ ਲਈ ਗਈ ਹੋਵੇ, ਬਾਅਦ ਦੇ ਵਿੱਚ ਫਿਰ ਉਹਨੇ ਜਦੋਂ ਦੀ ਦਾਸਤਾਨ ਸੁਣਾਈ ਹੋਵੇ ਕਿ ਪਹਿਲਾਂ ਨਾਲੋਂ ਵੀ ਉਹਦੇ ਨਾਲ ਦੁਖਾਂਤ ਵੱਡਾ ਵਾਪਰਦਾ ਰਿਹਾ ਹੋਵੇ? ਬੜੀ ਮਹਾਰਾਜ ਦੀ ਕਿਰਪਾ ਰਹੀ ਹੈ ਬੈਨੀਪਾਲ ਨਾਲ। ਜਿੱਦਾਂ ਮੈਂ ਤੁਹਾਨੂੰ ਪਹਿਲੀ ਵਾਰ ਕਿਹਾ ਕਿ ਜਦੋਂ ਜਿਹੜਾ ਸਾਡਾ ਬਿਲਕੁਲ ਪਹਿਲਾ ਜਿਹੜਾ ਕੇਸ ਸੀਗਾ, ਉਹ ਕੇਸ ਤੋਂ ਬਾਅਦ ਅਸੀਂ ਉਸ ਦਿਨ ਵੀ ਸਿਰਫ ਉਹ ਬਹੁਤ ਜ਼ਿਆਦਾ ਡੀਪ ਇੰਟਰਨਲ ਏਰੀਆ, ਡੀਪ ਡੈਜ਼ਰਟ ਏਰੀਆ ਦੇ ਵਿੱਚ ਸੀਗੀ, ਇਸ ਕਰਕੇ ਥੋੜੀ ਦਿੱਕਤ ਆਈ। ਅਦਰਵਾਈਜ਼ ਹੁਣ ਜੋ ਸਾਡੀ ਕੋਆਰਡੀਨੇਸ਼ਨ ਹੈ, ਅਸੀਂ ਪੂਰਾ ਕੋਆਰਡੀਨੇਟ ਕਰਕੇ, ਪੂਰੀ ਰੈਕੀ ਕਰਕੇ ਔਰ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਕੁੜੀ ਨਾਲ ਕੋਆਰਡੀਨੇਸ਼ਨ ਕਰਕੇ, ਬੇਸ਼ੱਕ 1-2 ਦਿਨ ਫਾਲਤੂ ਲੱਗ ਜੇ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੁੰਮੇ ਨੂੰ ਉਹ ਚਲੇ ਜਾਣ, ਕਿਤੇ ਘਰ ਕੋਈ ਨਾ ਹੋਵੇ ਜਿਸ ਟਾਈਮ ਅਸੀਂ ਉਹਨੂੰ ਰੈਸਕਿਊ ਕਰੀਏ ਉੱਥੋਂ, ਜਾਂ ਅਸੀਂ ਹੋਰ ਜਿਹੜੇ ਉਹਨਾਂ ਦੇ ਹਿਸਾਬ ਕਿਤਾਬ ਨਾਲ ਚੱਲਦੇ ਹਾਂ, ਉਹਨਾਂ ਦੇ ਦਿਮਾਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਟਾਈਮ ਕੁੜੀ ਫ੍ਰੀ ਹੋ ਸਕਦੀ ਹੈ, ਕਿਸ ਟਾਈਮ ਧੀ ਭੈਣ ਨੂੰ ਉੱਥੋਂ ਰੈਸਕਿਊ ਕੀਤਾ ਜਾ ਸਕਦਾ ਹੈ। ਲੇਕਿਨ ਆਮ ਤੌਰ ਤੇ ਜਦੋਂ ਪਹਿਲਾ ਜਿਹੜਾ ਸਾਡਾ ਰੈਸਕਿਊ ਆਪਰੇਸ਼ਨ ਸੀਗਾ, ਜਿਹੜਾ ਕਿ ਇੱਕ ਰਾਮੀ ਕਰਕੇ ਲੜਕੀ ਸੀਗੀ ਆਪਣਾ ਮਲੇਰਕੋਟਲੇ ਤੋਂ, ਉਹ ਸਾਡਾ ਅਨਸਕਸੈਸਫੁਲ ਹੋਇਆ ਸੀਗਾ। ਉਸ ਤੋਂ ਬਾਅਦ ਹੁਣ ਤੱਕ ਕਰੀਬ 135 ਜੋ ਸਾਡੀਆਂ ਧੀਆਂ ਭੈਣਾਂ ਨੇ ਆਪਾਂ ਰੈਸਕਿਊ ਕੀਤੀਆਂ ਨੇ। ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਕਦੇ ਕੋਈ ਦਿੱਕਤ ਨਹੀਂ ਆਈ ਹੈ। ਔਰ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਜੇ ਉਹਨਾਂ ਕੋਲ ਮੋਬਾਈਲ ਨਹੀਂ ਹੈ, ਕੋਸ਼ਿਸ਼ ਕਈ ਵਾਰ ਇਹੋ ਜਿਹਾ ਵੀ ਕੀਤਾ ਕਿ ਅਸੀਂ ਉਹਨਾਂ ਨੂੰ ਮੋਬਾਈਲ ਪ੍ਰੋਵਾਈਡ ਕਰਵਾਇਆ, ਉਹਨਾਂ ਨੂੰ ਸਿਮ ਪ੍ਰੋਵਾਈਡ ਕਰਵਾਇਆ, ਤਾਂ ਕਿ ਕਮਿਊਨੀਕੇਸ਼ਨ ਦਾ ਲੈਪਸ ਨਾ ਹੋਵੇ ਜਿਸ ਟਾਈਮ ਅਸੀਂ ਇਹ ਆਪਰੇਸ਼ਨ ਕਰਨਾ। ਸੋ ਬੜੀਆਂ ਚੀਜ਼ਾਂ ਕਈ ਜਦੋਂ ਆਪਾਂ ਰੈਕੀ ਕਰਦੇ ਹਾਂ, ਰੈਕੀ ਦੇ ਦੌਰਾਨ ਬੜੀਆਂ ਚੀਜ਼ਾਂ ਦੇਖਣ, ਸੁਣਨ ਨੂੰ, ਸਮਝਣ ਨੂੰ ਮਿਲਦੀਆਂ ਨੇ। ਲੇਕਿਨ ਇਹ ਹੈ ਕਿ ਤੁਹਾਡੀ ਵਿਲ ਪਾਵਰ ਸਟਰੋਂਗ ਹੈ, ਤੁਹਾਡੀ ਟੀਮ ਜਿਹੜੀ ਆ ਉਹ ਸਟਰੋਂਗ ਹੈ, ਤੁਹਾਡੇ ਪਿੱਛੇ ਖੜਨ ਨੂੰ ਤਿਆਰ ਹੈ। ਹਾਲਾਂਕਿ ਤੁਸੀਂ ਇੱਕ ਬੜੀ ਅਚਰਜ ਦੀ ਗੱਲ ਦੱਸਾਂ ਬੈਨੀਪਾਲ ਸਾਹਿਬ ਕਿ ਜਿਹੜੇ ਮੇਰੇ ਟੀਮ ਮੈਂਬਰ ਨੇ ਉਹਨਾਂ ਦੇ ਵਿੱਚੋਂ
ਮਤਲਬ 1% ਵੀ ਇਹੋ ਜਿਹੇ ਵੀਰ 1% ਹਾਰਡਲੀ ਹੋਣੇ ਨੇ ਜਿਨ੍ਹਾਂ ਨੇ ਮੈਨੂੰ ਦੇਖਿਆ, ਜਿਹੜੇ ਮੈਨੂੰ ਕਦੇ ਜ਼ਿੰਦਗੀ 'ਚ ਪਰਸਨਲੀ ਮਿਲੇ ਨੇ। ਸਾਰਾ ਕੁਝ ਵਰਚੁਅਲ ਪਲੇਟਫਾਰਮ ਤੇ ਹੀ ਹੈ। ਉਹ ਕਦੇ YouTube ਤੇ ਦੇਖਦੇ ਨੇ, ਕਦੇ ਵੀਡੀਓ ਕਾਲ ਤੇ ਦੇਖਦੇ ਨੇ, ਅਦਰਵਾਈਜ਼ ਉਹ ਮੈਨੂੰ ਮਿਲੇ ਨਹੀਂ। ਜਿਹੜੇ ਜਾਨ ਛਿੜਕਦੇ ਨੇ, ਜਿਹੜੇ ਆਪਣੀ ਜਾਨ ਤਲੀ ਤੇ ਲਗਾ ਕੇ ਹੱਥ ਤੇ ਰੱਖ ਕੇ ਨਾਲ ਘੁੰਮਦੇ ਨੇ, ਔਰ ਜਿਹੜੇ ਵੱਡੇ ਵੱਡੇ ਰੈਸਕਿਊ ਆਪਰੇਸ਼ਨ ਕਰਦੇ ਨੇ, ਉਹਨਾਂ ਤੋਂ ਜ਼ਿਆਦਾਤਰ ਨੂੰ ਮੈਂ ਅੱਜ ਤੱਕ ਨਾ ਮਿਲਿਆ ਔਰ ਨਾ ਹੀ ਮੈਂ ਕਦੇ ਦੇਖਿਆ। ਲੇਕਿਨ ਉਹਨਾਂ ਨੂੰ ਵੀ ਓਨਾ ਹੀ ਦਰਦ ਹੈ ਜਿੰਨਾ ਅਸੀਂ ਦਰਦ ਮਹਿਸੂਸ ਕਰਦੇ ਹਾਂ, ਔਰ ਆਪਣੀ ਜਾਨ ਤਲੀ ਤੇ ਰੱਖ ਕੇ 500 700 ਮੀਲਾਂ ਤੋਂ ਉਹਨਾਂ ਧੀਆਂ ਭੈਣਾਂ ਨੂੰ ਰੈਸਕਿਊ ਕਰਕੇ ਲੈ ਕੇ ਆਉਂਦੇ ਆ। ਸੋ ਫਿਲਹਾਲ ਤਾਂ ਜੋ ਮਤਲਬ ਅਨਸਕਸੈਸਫੁਲ ਹੋਣ ਦਾ ਰੇਸ਼ੋ ਹੈ ਉਹ ਆਲਮੋਸਟ ਨਾ ਬਰਾਬਰ ਹੈ। ਅੱਛਾ, ਇੱਕ ਹੋਰ ਦੱਸਿਓ, ਜਦੋਂ ਤੁਸੀਂ ਇੰਨੇ ਵੱਡੇ ਪੈਮਾਨੇ ਦੇ ਉੱਤੇ ਕੰਮ ਕਰਦੇ ਹੋ, ਕਿਉਂਕਿ ਅਮੀਰ ਲੋਕ ਨੇ ਉਹ ਜੀ, ਉਹਨਾਂ ਨੇ ਕਦੇ ਕੋਈ ਧਮਕੀ ਆਈ ਹੋਵੇ, ਕਦੇ ਤੁਹਾਨੂੰ ਕਿਹਾ ਹੋਵੇ, ਕਿਉਂਕਿ ਉਹ ਤਾਂ ਆਪਣਾ ਉਸ ਦੀਆਂ ਭੈਣਾਂ ਨੂੰ ਸ਼ਿਕਾਰ ਬਣਾ ਰਹੇ ਨੇ। ਜੇ ਹੁਣ ਸ਼ਿਕਾਰੀ ਦੇ ਹੱਥੋਂ ਸ਼ਿਕਾਰ ਖੁੰਝ ਗਿਆ ਤੇ ਖੁੰਝਾਇਆ ਵੀ ਕਿਸੇ ਬੰਦੇ ਨੇ ਹੋਵੇ, ਉਹਨਾਂ ਦੇ ਨਿਸ਼ਾਨੇ ਤੇ ਉਹ ਆ ਜਾਂਦਾ, ਕਦੇ ਇੰਝ ਤਾਂ ਨਹੀਂ ਹੋਇਆ ਜੀ? ਜੀ ਬੈਨੀਵਾਲ ਸਾਹਿਬ, ਇੱਕ ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਵੀ ਦੱਸਣਾ ਚਾਹਾਂਗਾ, ਔਰ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਪੂਰੀ ਦੁਨੀਆ ਜੋ ਦੇਖ ਰਹੇ ਨੇ ਵਿਊਅਰਸ, ਉਹਨਾਂ ਵਾਸਤੇ ਵੀ, ਕਿ ਇੰਡੋਨੇਸ਼ੀਆ ਇੱਕ ਐਸਾ ਕੰਟਰੀ ਹੈ ਜਿੱਥੇ ਜਾਣ ਵਾਸਤੇ ਇੰਡੀਅਨ ਨੂੰ ਕਿਸੇ ਵੀ ਟਾਈਪ ਦੇ ਵੀਜ਼ੇ ਦੀ ਲੋੜ ਨਹੀਂ ਹੁੰਦੀ। ਟਿਕਟ ਲਓ ਤੇ ਜਹਾਜ਼ੇ ਚੜ੍ਹ ਜਾਓ ਜੀ। ਔਰ ਉਹ ਇੰਡੀਆ ਤੋਂ ਵੀ 10 ਗੁਣਾ ਕਰਪਟ ਕੰਟਰੀ ਹੈ। ਔਰ ਉੱਥੇ 3-3 4-4 5-5 ਲੱਖ ਦਾ ਨੋਟ ਹੈ। ਅਗਰ ਤੁਸੀਂ ਕਦੇ ਗਏ ਹੋਵੋ ਤੇ ਉਹ ਮਤਲਬ ਉਹਨਾਂ ਦੀ ਕਰੰਸੀ ਦੀ ਕੋਈ ਵੈਲਿਊ ਨਹੀਂ ਹੈ ਜੀ। ਸੋ ਉੱਥੇ ਬਠਿੰਡੇ ਏਰੀਏ ਦੇ 1-2 ਪਿੰਡਾਂ ਦੇ ਕਰੀਬ 7-8 ਮੁੰਡੇ ਹੈ, ਉਹਨਾਂ ਨੇ ਫੇਸਬੁੱਕ ਤੇ ਪੇਜ ਬਣਾਏ ਹੋਏ ਹੈ ਕਿ ਅਸੀਂ ਤੁਹਾਨੂੰ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਾਂਗੇ, 101% ਗਰੰਟੀ, ਤੁਸੀਂ ਅਸਟਾਮ ਤੇ ਕਹਿੰਦੇ ਹੋ ਅਸਟਾਮ ਤੇ ਤੁਹਾਨੂੰ ਲਿਖ ਕੇ ਦੇਵਾਂਗੇ। ਇਹਦਾ ਮਤਲਬ ਆਪਣੇ ਆਪਣਿਆਂ ਨੂੰ ਲੁੱਟ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਇਹ ਹਮੇਸ਼ਾ ਪਹਿਲੇ ਡੇ 1 ਤੋਂ ਅਸੀਂ ਇਹੀ ਦੇਖਦੇ ਆ ਰਹੇ ਹਾਂ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਅਰਬ 'ਚ ਫਸ ਰਹੀਆਂ, ਉਹਨਾਂ ਨੂੰ ਫਸਾਉਣ ਵਾਲੀਆਂ ਵੀ ਸਾਡੀਆਂ ਪੰਜਾਬਣਾਂ ਨੇ, ਉਹਨਾਂ ਨੂੰ ਵੇਚਣ ਵਾਲੇ ਵੀ ਸਾਡੇ ਪੰਜਾਬੀ ਨੇ, ਔਰ ਲਗਾਤਾਰ ਇਧਰੋਂ ਬੁਲਾਉਣ ਵਾਲੇ ਵੀ ਜਿਹੜੇ ਨੇ ਉਹ ਪੰਜਾਬੀ ਨੇ। ਸੋ ਇਹ ਕੁਝ ਜਿਹੜੇ ਵੀਰ ਜਿਹੜੇ ਆਪਣਾ ਬਠਿੰਡੇ ਸਾਈਡ ਤੋਂ ਕਰੀਬ 5-6 ਮੁੰਡੇ ਨੇ, 1-2 ਪਿੰਡਾਂ ਦੇ ਨੇ, ਉਹਨਾਂ ਦੇ ਬੇਸ਼ੁਮਾਰ FIR ਹੋਈਆਂ ਹੀ ਨੇ। ਉਹਨਾਂ ਨੇ ਆਪਣੇ ਲੋਕਾਂ ਨੂੰ ਉੱਥੇ ਬੁਲਾ ਕੇ ਲੁੱਟਿਆ। ਉਹਨਾਂ ਦਾ ਇੱਕ ਜੋ ਮੋਡਸ ਆਪਰੈਂਡੀ ਹੈ, ਉਹ ਕੀ ਕਰਦੇ ਨੇ ਕਿ ਇੱਕ ਪੇਜ ਫੇਸਬੁੱਕ ਤੇ ਪੇਜ ਬਣਾ ਲਿਆ ਫੇਕ ਜਾ, ਉਹਦੇ ਤੇ ਉਹ ਤੁਹਾਨੂੰ ਕਹਿਣਗੇ ਕਿ ਤੁਸੀਂ ਜਕਾਰਤਾ ਸਾਡੇ ਕੋਲ ਆ ਜਾਓ, ਇੰਡੋਨੇਸ਼ੀਆ ਆ ਜਾਓ, ਤੇ ਅਸੀਂ ਤੁਹਾਡਾ ਕੈਨੇਡਾ ਦਾ ਵੀਜ਼ਾ ਲਵਾਂਗੇ 101% ਸ਼ੋਰ। ਬਈ ਜਦੋਂ ਪ੍ਰਿੰਟਰ ਦੇ ਉੱਪਰ ਘਰ ਹੀ ਛਾਪ ਕੇ ਦੇਣਾ ਤੇ ਉਹ ਤਾਂ ਕੋਈ ਵੀ ਦੇ ਸਕਦਾ ਜੀ। ਸੋ ਇਹ ਲੋਕ ਜਿਹੜੇ ਨੇ, ਇਹਨਾਂ ਨੂੰ ਲੱਗਦਾ ਕਿ ਚਲੋ ਜਕਾਰਤਾ ਜਾਣਾ ਹੈ, ਉੱਥੇ ਦਾ ਕਿਹੜਾ ਵੀਜ਼ਾ ਲੱਗਦਾ, ਟਿਕਟ ਲੈਣੀ ਚਲੇ ਜਾਣਾ ਹੈ। ਸੋ ਉਹ ਕੀ ਕਰਦੇ ਨੇ, ਉਹ ਤੁਹਾਨੂੰ ਜਕਾਰਤਾ ਏਅਰਪੋਰਟ ਤੋਂ ਵਧੀਆ ਆਲੀਸ਼ਾਨ ਲਿਮੋਜ਼ਿਨ ਦੇ ਵਿੱਚ ਲੈ ਕੇ ਜਾਣਗੇ, ਵਧੀਆ ਹੋਟਲ 'ਚ ਇੱਕ ਦਿਨ ਤੁਹਾਨੂੰ ਵਧੀਆ ਖਿਲਾਣਗੇ ਪਿਲਾਣਗੇ, ਔਰ ਪਹਿਲੇ ਦਿਨ ਹੀ ਜਾ ਕੇ ਤੁਹਾਡੇ ਪਾਸਪੋਰਟ ਲੈ ਲੈਣੇ ਹੈ। ਪਾਸਪੋਰਟ ਲੈਣ ਤੋਂ ਬਾਅਦ ਤੁਹਾਡੇ ਮੁਸ਼ਕਾਂ ਬੰਨ ਲੈਣੀਆਂ, ਹੱਥ ਪੈਰ ਬੰਨ੍ਹਣ, ਰੱਜ ਕੇ ਕੁੱਟਣ ਤੋਂ ਬਾਅਦ ਉਹਨੇ ਤੁਹਾਨੂੰ ਫੋਨ ਕਰਨਾ ਵੀ ਚੱਲ ਘਰ ਫੋਨ ਕਰ ਬਈ ਇੰਨੇ ਪੈਸੇ ਦੇ ਦਿਓ। ਫਿਰ ਉਹਨਾਂ ਦੇ ਲੋਕ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਘਰੋਂ ਘਰੀ ਜਾ ਕੇ ਜਾਂ ਕੋਈ ਐਸਾ ਸਿਸਟਮ ਬਣਾਇਆ ਉਹਨਾਂ ਨੇ ਪੈਸੇ ਲੈਣ ਦਾ। ਅਦਰਵਾਈਜ਼ ਉਹਨਾਂ ਦੇ ਘਰ ਦੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ, ਆਪਣੇ ਭਰਾਵਾਂ, ਕੋਈ ਆਪਣੇ ਪਿਓ ਨੂੰ ਛਡਾਉਣ ਵਾਸਤੇ, ਕੋਈ ਆਪਣੇ ਭਰਾ ਨੂੰ ਛਡਾਉਣ ਵਾਸਤੇ 48 ਲੱਖ ਰੁਪਈਆ ਹਾਰਡ ਕੈਸ਼ ਇੰਡੋਨੇਸ਼ੀਆ ਦੇ ਕੇ ਤੇ ਛੁੱਟ ਕੇ ਆਏ ਨੇ। ਉਹਨਾਂ ਨੂੰ ਮੈਂ ਐਕਸਪੋਜ਼ ਕੀਤਾ ਸੀਗਾ, ਤਾਂ ਮੈਨੂੰ ਥ੍ਰੈਟ ਆਈ ਸੀ ਕਿ ਸਾਨੂੰ ਪਤਾ ਹੈ ਤੂੰ ਕੈਲਗਰੀ ਕਿੱਥੇ ਰਹਿਣਾ, ਤੇਰਾ ਆਹ ਕਰ ਦਾਂਗੇ, ਤੇਰਾ ਉਹ ਕਰ ਦਾਂਗੇ। ਤੇ ਉਹ ਤਾਂ ਗੁਰੂ ਮਹਾਰਾਜ ਦੇ ਹੱਥ ਹੈ, ਜਿੱਦਣ ਜਾਣਾ ਜਿੱਦਣ ਕੋਈ ਨਹੀਂ ਰੋਕ ਸਕਦਾ। ਲੇਕਿਨ ਜਦੋਂ ਅਸੀਂ ਇਹੋ ਜਿਹੇ ਫੀਲਡ 'ਚ ਹੁੰਦੇ ਹਾਂ ਤੇ ਇਹ ਥ੍ਰੈਟਸ ਜਿਹੜੀਆਂ ਨੇ, ਇਟਸ ਅ ਪਾਰਟ ਆਫ ਦਾ ਗੇਮ। ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਤੇ ਕਦੇ ਕੁਝ ਨਹੀਂ ਹੋਇਆ, ਅੱਗੋਂ ਵੀ ਮਹਾਰਾਜ ਰਹਿਮ ਕਰਨਗੇ। ਹਰਨੇਕ ਰੰਧਾਵਾ ਜੀ, ਤੁਸੀਂ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ, ਬਹੁਤ ਸਾਰੇ ਲੋਕਾਂ ਦੀ ਹੱਡ ਬੀਤੀ ਸੁਣਾਈ ਹੈ, ਦਰਦਨਾਕ ਦਾਸਤਾਂ ਸੁਣਾਈ ਹੈ। ਹੋ ਸਕਦਾ ਕਿ ਕਿਸੇ ਦੇ ਇਹ ਗੱਲ ਸੁਣ ਕੇ ਕੰਮ ਆ ਸਕੇ ਤੇ ਘਰੋਂ ਪੈਰ ਪੁੱਟਣ ਤੋਂ ਪਹਿਲਾਂ ਉਹ ਸੋਚੇ। ਅਖੀਰ ਵਿੱਚ ਜਾਣ ਤੋਂ ਪਹਿਲਾਂ ਤੁਹਾਡੇ ਹੈਲਪਲਾਈਨ ਨੰਬਰ ਨੇ ਜਿਹੜੇ ਉਹ ਦਿੱਤੇ ਜਾ ਸਕਦੇ ਹੈ, ਤੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਦਿੱਤਾ ਜਾ ਸਕਦਾ ਜੀ। ਬੈਨੀਪਾਲ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਜੋ ਕੁਐਸਚਨ ਕੀਤਾ ਇਹ ਸਭ ਤੋਂ ਦੀ ਮੋਸਟ ਇੰਪੋਰਟੈਂਟ ਹੈ। ਉਹਦੇ ਵਾਸਤੇ ਮੈਂ ਇਹ ਦੱਸਣਾ ਚਾਹੂੰਗਾ ਕਿ ਜੋ ਸਾਡਾ ਚੈਨਲ ਹੈ, YouTube ਤੇ ਚੈਨਲ ਹੈਗਾ ਸਾਡਾ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਤੇ ਉਸ ਚੈਨਲ ਤੇ ਜਾ ਕੇ ਤੁਸੀਂ ਬੇਸ਼ੁਮਾਰ ਇਹੋ ਜਿਹੇ ਵੀਡੀਓ ਦੇਖ ਸਕਦੇ ਹੋ ਜਿਹੜੇ ਧੀਆਂ ਭੈਣਾਂ ਭਰਾਵਾਂ ਨੂੰ ਅਸੀਂ ਰੈਸਕਿਊ ਕੀਤਾ ਹੈ। ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਕਿ ਕੀ ਉੱਥੇ ਹਾਲਾਤ ਹੁੰਦੇ ਨੇ, ਉੱਥੇ ਰਹਿਣਾ ਖਾਣਾ ਪੀਣਾ ਕਿਹੋ ਜਿਹਾ ਹੈ, ਉੱਥੇ ਦੇ ਹਾਲਾਤ ਕਿਹੋ ਜਿਹੇ ਨੇ, ਉੱਥੇ ਕਿੱਦਾਂ ਜਾਣਾ ਚਾਹੀਦਾ, ਕਿੱਦਾਂ ਨਹੀਂ ਜਾਣਾ ਚਾਹੀਦਾ, ਕਿਸ ਨੂੰ ਜਾਣਾ ਚਾਹੀਦਾ, ਕਿਸ ਨੂੰ ਨਹੀਂ ਜਾਣਾ ਚਾਹੀਦਾ, ਸਾਰਾ ਕੁਝ ਉੱਥੇ ਦੱਸਿਆ ਹੋਇਆ। ਲੇਕਿਨ ਆਪਣੇ ਲੈਵਲ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਤੱਕ ਤੁਹਾਡਾ ਚੈਨਲ ਦੇਖਿਆ ਜਾਂਦਾ ਹੈ ਬੈਨੀਪਾਲ ਸਾਹਿਬ, ਹਰ ਇੱਕ ਵੀਰ ਭਰਾ ਭੈਣ ਨੂੰ, ਸਾਡੇ ਪੰਜਾਬੀ ਵੀਰ ਨੂੰ ਇਹ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇੱਕ ਖਾਸ ਬੇਨਤੀ ਇਹ ਹੈ ਕਿ ਕੋਈ ਵੀ ਜੋ ਧੀ ਭੈਣ ਹੈ ਕਿਸੇ ਵੀ ਅਰਬ ਕੰਟਰੀ ਦੇ ਵਿੱਚ, ਉਹ ਹਾਊਸਮੇਟ ਦੇ ਵੀਜ਼ੇ ਤੇ, ਨੌਕਰਾਣੀ ਦੇ ਵੀਜ਼ੇ ਤੇ ਕਦੇ ਵੀ ਭੁੱਲ ਕੇ ਨਾ ਜਾਵੇ। ਅਦਰਵਾਈਜ਼ ਜਿਹੜੀ ਵੀ ਧੀ ਭੈਣ ਜਾਏਗੀ ਉਹ ਇਹ ਸਮਝ ਲਵੇ ਕਿ ਜਿਹੜਾ ਮਤਲਬ ਉਹ ਸਰੀਰਕ ਤਸ਼ੱਦਦ ਹੈ ਉਹ ਉਹਦੇ ਨਾਲ ਫੋਰ ਸ਼ੋਰ ਹੋਣਾ ਹੀ ਹੋਣਾ। ਸੋ ਇੱਕ ਤਾਂ ਅਸੀਂ ਸਾਰੀਆਂ ਪੰਜਾਬੀਆਂ ਧੀਆਂ ਭੈਣਾਂ ਨੂੰ ਹੱਥ ਜੋੜ ਕੇ ਬਹੁਤ ਵਾਰ ਅਲੱਗ-ਅਲੱਗ ਪਲੇਟਫਾਰਮ ਤੋਂ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ
ਕਿ ਕੋਈ ਵੀ ਧੀ ਭੈਣ ਅਰਬ ਕੰਟਰੀਆਂ ਦੇ ਵਿੱਚ ਹਾਊਸਮੇਟ ਦੇ ਵੀਜ਼ੇ ਤੇ ਨਾ ਜਾਵੇ। ਜੇ ਤੁਸੀਂ ਪੜ੍ਹੇ ਲਿਖੇ ਹੋ, ਜੇ ਤੁਸੀਂ ਚੰਗੀ ਪੋਜੀਸ਼ਨ ਤੇ ਕਿਸੇ ਚੰਗੀ ਜੋਬ ਵਾਸਤੇ ਵਧੀਆ ਕੁਆਲੀਫਾਈਡ ਹੈਗੇ ਹੋ ਔਰ ਉਸ ਪੋਜੀਸ਼ਨ ਵਾਸਤੇ ਜੋਬ ਵਾਸਤੇ ਜਾ ਸਕਦੇ ਹੋ ਤੇ ਜ਼ਰੂਰ ਜਾਓ। ਅਦਰਵਾਈਜ਼ ਜਿਹੜਾ ਇਹ ਲੋਕਲ ਟੀਵੀ ਚੈਨਲ ਤੇ ਛੋਟੀ ਛੋਟੀ ਕੇਬਲ ਜਿੱਥੇ ਤੇ ਚਲਦੀਆਂ ਨੇ, ਉਹ ਇੱਕ ਸਕਰੋਲ ਵਾਲੀ ਪੱਟੀ ਚਲਦੀ ਰਹਿੰਦੀ ਹੈ ਕਿ ਦੁਬਈ ਜਾएं, ਰਹਿਣਾ ਖਾਣਾ ਪੀਣਾ ਫ੍ਰੀ, 30,000 50,000 ਸੈਲਰੀ ਮਿਲੇਗੀ। ਐਸਾ ਕੁਝ ਨਹੀਂ ਹੁੰਦਾ। ਉੱਥੇ ਹਰ ਇੱਕ ਨੂੰ ਜੋ ਹੈ ਉਹ ਕੋਸ਼ਿਸ਼ ਕੀਤੀ ਜਾਂਦੀ ਸਭ ਤੋਂ ਪਹਿਲਾਂ ਦੇ ਵਪਾਰ ਦੇ ਵਿੱਚ ਧੱਕਣ ਦੀ। ਸੋ ਪਹਿਲੀ ਬੇਨਤੀ ਇਹ ਹੈ ਕਿ ਕੋਈ ਵੀ ਧੀ ਭੈਣ ਅਰਬ ਕੰਟਰੀਆਂ 'ਚ ਨਾ ਜਾਵੇ। ਜਿਹੜੇ ਵੀਰ ਭਰਾ ਸਾਡੇ ਅਰਬ ਕੰਟਰੀਆਂ 'ਚ ਜਾਣਾ ਚਾਹੁੰਦੇ ਨੇ, ਉੱਥੇ ਦੇ ਜਿੰਨੀਆਂ ਵੀ ਕੰਟਰੀਆਂ ਹੈਗੇ ਨੇ, ਚਾਹੇ ਕਤਰ ਹੈ, ਕੁਵੈਤ ਹੈ, ਓਮਾਨ ਹੈ, ਬਹਿਰੀਨ ਹੈ, ਸਾਊਦੀ ਹੈ, ਦੁਬਈ, ਆਬੂ ਧਾਬੀ, ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਨੇ, ਉੱਥੇ ਜਿਹੜੀ ਰॉ ਇਨਫੋਰਮੇਸ਼ਨ ਹੈ, ਜਿਹੜੇ ਵੀਰ ਉੱਥੇ ਰਹਿ ਰਹੇ ਨੇ, ਉਸ ਤੋਂ ਵਧੀਆ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਸਕਦਾ। ਇਸ ਕਰਕੇ ਉਸ ਗਰੁੱਪ ਵਿੱਚ ਅਗਰ ਤੁਸੀਂ ਐਡ ਹੋਣਾ ਚਾਹੁੰਦੇ ਹੋ, ਉਹਦੇ ਵਾਸਤੇ ਮੇਰਾ ਟੈਲੀਗ੍ਰਾਮ ਐਪਲੀਕੇਸ਼ਨ ਤੇ ਗਰੁੱਪ ਹੈ, ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਉਹਦਾ ਨਾਮ ਹੈ। ਔਰ ਹਰ ਇੱਕ ਅਲੱਗ-ਅਲੱਗ ਕੰਟਰੀ ਦਾ ਅਲੱਗ ਤੋਂ ਗਰੁੱਪ ਵੀ ਹੈਗਾ, ਲੇਕਿਨ ਇੱਕ ਸਾਡਾ ਮੇਜਰ ਗਰੁੱਪ ਹੈ। ਉਹਦੇ ਵਾਸਤੇ ਤੁਸੀਂ ਜੋ ਮੇਰਾ WhatsApp ਦਾ ਨੰਬਰ ਹੈ 001 360 220 5471 001 360 220 5471, ਇਹਦੇ ਤੇ ਤੁਸੀਂ ਮੈਨੂੰ ਇੱਕ WhatsApp ਤੇ ਮੈਸੇਜ ਡ੍ਰੌਪ ਕਰ ਸਕਦੇ ਹੋ। ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰਾਂਗਾ। ਉਹ ਗਰੁੱਪ ਦੇ ਵਿੱਚ ਐਡ ਹੋ ਕੇ ਸਭ ਤੋਂ ਪਹਿਲਾਂ 1.5-2 ਮਹੀਨੇ ਰਹਿ ਕੇ ਪੂਰੀ ਤੁਸੀਂ ਨੌਲੇਜ ਗੇਨ ਕਰੋ ਕਿ ਕਿਹੜੀ ਕੰਟਰੀ 'ਚ ਲਾਇਸੈਂਸ ਬਣਾਉਣਾ ਸੌਖਾ ਹੈ, ਕਿਹੜੀ ਕੰਟਰੀ ਦੇ ਵਿੱਚ ਲਾਇਸੈਂਸ ਦੇ ਪੈਸੇ ਕਿੰਨੇ ਲੱਗਦੇ ਹੈ। ਮੰਨ ਲਓ ਹੁਣ ਤੁਸੀਂ ਕੈਨੇਡਾ ਦਾ ਟੀਚਰ ਮਿੱਥਿਆ ਹੋਇਆ ਕਿ ਮੈਂ ਕੈਨੇਡਾ ਜਾਣਾ, ਤੇ ਤੁਸੀਂ ਅਗਰ ਦੁਬਈ ਜਾਂ ਆਬੂ ਧਾਬੀ ਚਲੇ ਜਾਂਦੇ ਹੋ, ਉੱਥੇ ਅੱਜ ਦੀ ਡੇਟ 'ਚ ਇੰਨਾ ਪੈਸਾ ਲੱਗਦਾ ਜਿੰਨਾ ਸ਼ਾਇਦ ਮੈਂ 2013 'ਚ ਕੈਨੇਡਾ ਆਉਣ ਵਾਸਤੇ ਲਗਾਇਆ ਹੋਣਾ। ਸੋ ਇੰਨਾ ਪੈਸਾ ਲਗਾਉਣ ਦੀ ਲੋੜ ਨਹੀਂ। ਤੁਸੀਂ ਹੋਰ ਜਿਹੜੀਆਂ ਕੰਟਰੀਆਂ, ਚਾਹੇ ਕਤਰ ਹੈ, ਕੁਵੈਤ ਹੈ, ਓਮਾਨ ਹੈ, ਬਹਿਰੀਨ ਹੈ, ਇਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਲਾਇਸੈਂਸ ਬਣਾ ਸਕਦੇ ਹੋ। ਔਰ ਉਹ ਲਾਇਸੈਂਸ ਦੀ ਵੈਲਿਊ ਜਿਹੜੀ ਹੈ ਉਹ ਸਾਰੀਆਂ ਅਰਬ ਕੰਟਰੀਆਂ ਦੇ GCC ਲਾਇਸੈਂਸ ਦੀ ਵੈਲਿਊ ਕੈਨੇਡਾ ਵਾਸਤੇ ਸੇਮ ਹੈ। ਸੋ ਇੱਕ ਲਾਇਸੈਂਸ ਜਿਹੜਾ 7 ਲੱਖ ਦਾ ਬਣ ਰਿਹਾ, ਉਹ ਤੁਸੀਂ 7 ਲੱਖ ਰੁਪਇਆ ਕਿਉਂ ਲਗਾਉਣਾ ਹੈ, ਜਦੋਂ ਕਿ ਤੁਹਾਡਾ ਉਹੀ ਲਾਇਸੈਂਸ ਸਾਊਦੀ ਜਾਂ ਕਿਸੇ ਹੋਰ ਕੰਟਰੀ 'ਚ ਲੱਖ, 1.5 ਲੱਖ, 2 ਲੱਖ ਦਾ ਬਣ ਸਕਦਾ। ਸੋ ਇਹ ਜਿਹੜੀ ਰॉ ਇਨਫੋਰਮੇਸ਼ਨ ਹੈ ਤੁਹਾਨੂੰ ਗਰੁੱਪ ਦੇ ਵਿੱਚ ਐਡ ਹੋ ਕੇ ਮਿਲੇਗੀ। ਸੋ ਜਾਂ ਤਾਂ ਤੁਸੀਂ ਸਾਡੇ ਜੋ ਚੈਨਲ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ YouTube ਚੈਨਲ ਹੈ, ਉਹਦੇ ਤੇ ਤੁਸੀਂ ਹਰ ਟਾਈਪ ਦੀ ਵੀਡੀਓ ਦੇਖ ਸਕਦੇ ਹੋ, ਤੁਹਾਨੂੰ ਸਾਰੀ ਨੌਲੇਜ ਮਿਲ ਜਾਏਗੀ ਕੈਨੇਡਾ ਆਉਣ ਤੱਕ ਦੀ। ਔਰ ਦੂਸਰਾ, ਤੁਹਾਡੀ ਜੌਬ ਬਾਰੇ ਕਿੱਦਾਂ ਹੈ ਉਹ ਸਾਰੀ ਨੌਲੇਜ ਉੱਥੇ ਮਿਲੇਗੀ। ਫਿਰ ਵੀ ਤੁਸੀਂ ਰॉ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਸਾਨੂੰ ਜੋ ਮੈਂ ਤੁਹਾਨੂੰ ਆਪਣਾ WhatsApp ਦਾ ਨੰਬਰ ਦਿੱਤਾ ਹੈ, ਉਸ ਨੰਬਰ ਤੇ WhatsApp ਇੱਕ ਮੈਸੇਜ ਕਰੋ, ਮੈਂ ਤੁਹਾਨੂੰ ਲਿੰਕ ਸੈਂਡ ਕਰ ਦਾਂਗਾ। ਉਹ ਲਿੰਕ ਨਾਲ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ। ਔਰ ਉਹਦੇ ਬਾਅਦ ਗਰੁੱਪ ਦਾ ਇੱਕ ਮੇਨ ਮੈਂਬਰ ਜੋ ਹੈ ਉਹ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ। ਤੁਸੀਂ ਇੱਕ ਕੁਐਸਚਨ ਪੁੱਛੋਗੇ, ਸਾਰੇ ਗਰੁੱਪ ਮੈਂਬਰ ਤੁਹਾਨੂੰ ਹਰ ਚੀਜ਼ ਦਾ ਤੁਹਾਡੇ ਕੁਐਸਚਨ ਦਾ ਜਵਾਬ ਦੇਣਗੇ, ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਫਿਰ ਤੁਹਾਡਾ ਇੱਕ ਵਿਊ ਕਲੀਅਰ ਹੋ ਜਾਏਗਾ ਕਿ ਤੁਸੀਂ ਕਿਹੜੀ ਕੰਟਰੀ ਜਾਣਾ ਹੈ ਔਰ ਕਿਹੜੀ ਕੰਟਰੀ ਤੁਹਾਡੀ ਪੋਕਟ ਦੇ ਹਿਸਾਬ ਨਾਲ ਸੂਟੇਬਲ ਹੈ, ਔਰ ਜਿੱਥੇ ਤੁਸੀਂ ਜਲਦੀ ਜਾ ਕੇ ਆਪਣੇ ਸੈਟਲ ਡਾਊਨ ਹੋ ਸਕਦੇ ਹੋ, ਘਰ ਪਰਿਵਾਰ ਦਾ ਰੋਜ਼ੀ ਰੋਟੀ ਚਲਾ ਸਕਦੇ ਹੋ ਜਾਂ ਅੱਗੇ ਦੀ ਤਿਆਰੀ ਕਰ ਸਕਦੇ ਹੋ। ਬਟ ਅੰਤ ਦੇ ਵਿੱਚ ਇੱਕ ਤਾਂ ਆਪ ਜੀ ਦਾ ਧੰਨਵਾਦ ਕਰਨਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਦੂਸਰਾ, ਪੰਜਾਬ ਜਿੰਨੇ ਵੀ ਸਾਡੇ ਨੇੜੇ ਦੂਰ ਵਸਦੇ ਸਾਡੇ ਪੰਜਾਬੀ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਜਿਸ ਦੇ ਪਰਿਵਾਰ ਦੇ ਲਾਗੇ ਤਾਗੇ ਜਿਸ ਨੂੰ ਵੀ ਇਹ ਪਤਾ ਲੱਗਦਾ ਕਿ ਕੋਈ ਸਾਡੇ ਲਾਗਿਓਂ ਕੋਈ ਧੀ ਭੈਣ ਅਰਬ ਕੰਟਰੀ ਜਾ ਰਹੀ ਹੈ, ਉਹਨੂੰ ਮਨਾ ਕਰੋ। ਕੋਈ ਵੀ ਧੀ ਭੈਣ ਅਰਬ ਕੰਟਰੀਆਂ 'ਚ ਨਾ ਜਾਵੇ। ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਹਾਲਾਤ ਇਹ ਕਰ ਦਿੱਤੇ ਨੇ ਕਿ ਕਿਸੇ ਟਾਈਮ ਮੁਗਲਾਂ ਤੋਂ ਸਾਡੇ ਸਿੰਘ ਸੂਰਮੇ ਧੀਆਂ ਭੈਣਾਂ ਛਡਾ ਕੇ ਲਿਆਉਂਦੇ ਸੀ। ਅੱਜ ਸਰਕਾਰਾਂ ਦਾ ਨਿਕੰਮੇਪਨ ਕਰਕੇ ਹਾਲਾਤ ਇਹ ਨੇ ਕਿ ਸਾਡੀਆਂ ਧੀਆਂ ਭੈਣਾਂ ਆਪ ਮੁਗਲਾਂ ਕੋਲ ਜਾਣ ਨੂੰ ਮਜਬੂਰ। ਸੋ ਰੰਧਾਵਾ ਸਾਹਿਬ ਬਹੁਤ ਖਰੀਆਂ ਗੱਲਾਂ ਕੀਤੀਆਂ ਨੇ, ਪੁਖਤਾ ਜਾਣਕਾਰੀ ਦਿੱਤੀ ਹੈ, ਇਹਦੇ ਵਾਸਤੇ ਤੁਹਾਡਾ ਧੰਨਵਾਦ। ਆਉਣ ਵਾਲੇ ਸਮੇਂ ਵਿੱਚ ਫਿਰ ਕਿਸ ਤਰ੍ਹਾਂ ਮੁਲਾਕਾਤ ਕਰਾਂਗੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਦੋਸਤੋ, ਇਹ ਸਨ ਹਰਨੇਕ ਰੰਧਾਵਾ, ਜਿਨ੍ਹਾਂ ਨੇ ਦੱਸਿਆ ਕਿ ਸਾਊਦੀ ਜਾਂ ਅਰਬ ਮੁਲਕਾਂ ਦੇ ਵਿੱਚ ਕਿਵੇਂ ਧੀਆਂ ਭੈਣਾਂ ਲਿਜਾਈਆਂ ਜਾਂਦੀਆਂ ਨੇ, ਕਿਵੇਂ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਹੈ, ਕਿਵੇਂ ਦੇਹ ਵਪਾਰ ਵਿੱਚ ਧੱਕ ਦਿੱਤੀਆਂ ਜਾਂਦੀਆਂ ਨੇ, ਕਿਵੇਂ ਤਸ਼ੱਦਦ ਕੀਤਾ ਜਾਂਦਾ ਹੈ, ਫਿਰ ਬਚਾਉਣ ਵਾਸਤੇ ਕਿਵੇਂ ਚਾਰਾਜੋਈ ਕਰਦੀਆਂ ਨੇ, ਤੇ ਫਿਰ ਉਹਨਾਂ ਨੂੰ ਉੱਥੋਂ ਕੱਢਣ ਦੇ ਵਾਸਤੇ ਹਰਨੇਕ ਰੰਧਾਵਾ ਹੈਲਪਲਾਈਨ ਉਹਨਾਂ ਵਾਸਤੇ ਕਿਵੇਂ ਕੋਸ਼ਿਸ਼ਾਂ ਕਰਦੀ ਹੈ ਤੇ ਕੋਸ਼ਿਸ਼ਾਂ ਨੂੰ ਫਿਰ ਬੂਰ ਵੀ ਪੈਂਦਾ ਹੈ। ਸੋ ਮਰਜ਼ੀ ਤੁਹਾਡੀ ਹੈ। ਬੀਤੇ ਦਿਨਾਂ ਤੋਂ ਤੁਸੀਂ ਕਈ ਵਾਰੀ ਇਸ ਤਰ੍ਹਾਂ ਦੇ ਹੁਕਮ ਲਾਏ ਕਿ ਸਾਊਦੀ ਦੇ ਵਿੱਚ ਧੀਆਂ ਧਿਆਣੀਆਂ ਦੀ ਦਰਦਨਾਕ ਦਾਸਤਾਂ ਦੇ ਉੱਪਰ ਜ਼ਰੂਰ ਚਾਨਣਾ ਪਾਇਆ ਜਾਵੇ। ਹਰਨੇਕ ਰੰਧਾਵਾ ਸਭ ਤੋਂ ਵਧੀਆ ਬਿਹਤਰੀਨ ਬੰਦਾ ਮੈਨੂੰ ਕੋਈ ਨਹੀਂ ਨਜ਼ਰ ਆਇਆ। ਆਉਣ ਵਾਲੇ ਦਿਨਾਂ ਦੇ ਵਿੱਚ SP ਸਿੰਘ ਉਬਰਾਏ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਉਮੀਦ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਅੱਜ ਦੀ ਇਹ ਗੱਲਬਾਤ, ਇਹ ਮੁਲਾਕਾਤ ਸਹਾਇਕ ਸਿੱਧ ਹੋ ਸਕਦੀ ਹੈ। ਜੇਕਰ ਮੁਲਾਕਾਤ ਚੰਗੀ ਲੱਗੀ, ਜਾਣਕਾਰੀ ਪੁਖਤਾ ਲੱਗੀ, ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਲਾਈਕ ਵੀ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡਾ ਸਭਨਾਂ ਦਾ ਦਿਲੋਂ ਧੰਨਵਾਦ। ਤੇ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ,
ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।